ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਮੌਜੂਦਾ ਸਮੇਂ 'ਚ BC ਗਵਰਨਮੈਂਟ ਕੈਨੇਡਾ ਦੇ ਵਿੱਚ ਪਾਣੀ ਸਰੋਤਾਂ ਦੇ ਮਾਹਰ ਡਾਕਟਰ ਹਰਮਨਜੀਤ ਸਿੰਘ ਮੌਜੂਦ ਨੇ। ਸਾਡੀ ਗੱਲਬਾਤ ਦਾ ਵਿਸ਼ਾ ਰਹੇਗਾ ਇੱਕ ਤਾਂ ਪ੍ਰਦੂਸ਼ਣ, ਜਿਹੜਾ ਸ਼ਰਾਬ ਫੈਕਟਰੀਆਂ ਦੇ ਦੁਆਰਾ ਪੈਦਾ ਕੀਤਾ ਜਾਂਦਾ। ਪਾਣੀ ਵੀ ਪ੍ਰਦੂਸ਼ਿਤ ਹੋ ਜਾਂਦਾ, ਹਵਾ ਵੀ ਪ੍ਰਦੂਸ਼ਿਤ ਹੁੰਦੀ ਹੈ। ਨਾਲੋਂ ਨਾਲ ਗੱਲ ਅਸੀਂ ਕਰਾਂਗੇ ਖੇਤੀ ਮਸ਼ੀਨਰੀ ਦਾ ਜਿਹੜਾ ਘਪਲਾ ਚੱਲ ਰਿਹਾ, ਖੇਤੀਬਾੜੀ ਨੀਤੀ ਦੀ ਗੱਲ ਹੋਏਗੀ, ਕਿਸਾਨਾਂ ਨਾਲ ਜੁੜੇ ਕੁਝ ਸਵਾਲ ਹੋਣਗੇ ਜਿਨ੍ਹਾਂ ਦੇ ਉੱਤੇ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ। ਤੇ ਨਾਲੋਂ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲੱਗੇ ਧਰਨੇ ਦੀ ਵੀ ਗੱਲ ਕਰਾਂਗੇ। ਹਾਲੇ ਤੱਕ VC ਦੀ ਨਿਯੁਕਤੀ ਨਹੀਂ ਹੋਈ, ਉਹਨੂੰ ਲੈ ਕੇ ਵੀ ਸਰਕਾਰ ਤੇ ਸਵਾਲ ਉੱਠਦੇ ਨੇ ਕਿ ਜਦੋਂ ਤੁਸੀਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਜਿਹੜਾ ਢਾਂਚਾ ਉਹ ਆਪ ਹੀ ਹਿੱਲਿਆ ਹੋਇਆ। ਤੁਸੀਂ ਕਿਸਾਨਾਂ ਨੂੰ ਕਿਸ ਤਰ੍ਹਾਂ ਖੇਤੀ ਨੀਤੀ ਲਿਆ ਕੇ ਉਹਨਾਂ ਦੀ ਆਮਦਨ ਦੁੱਗਣੀ ਕਰਾਉਣੀ ਜਾਂ ਤਿੱਗਣੀ ਕਰਾਉਣੀ, ਇਹ ਤਾਂ ਸਰਕਾਰਾਂ ਦੇ ਇੱਕ ਤਰੀਕੇ ਦੇ ਸ਼ਗੂਫੇ ਹੁੰਦੇ ਨੇ। ਸਵਾਗਤ ਹੈ ਤੁਹਾਡਾ ਹਰਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਤੇ ਤਖਤ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਮਨਜੀਤ ਸਿੰਘ ਜੀ। ਸਭ ਤੋਂ ਪਹਿਲਾ ਸਵਾਲ ਜਿਹੜਾ ਮੈਂ ਸ਼ਰਾਬ ਫੈਕਟਰੀਆਂ ਤੋਂ ਸ਼ੁਰੂ ਕਰਨਾ ਚਾਹਾਂਗਾ। ਪੰਜਾਬ ਦੇ ਵਿੱਚ ਤਕਰੀਬਨ ਜਿੰਨੀਆਂ ਸ਼ਰਾਬ ਫੈਕਟਰੀਆਂ ਨੇ, ਬਹੁਤੀਆਂ ਦੇ ਉੱਤੇ ਕਈ ਵਾਰ ਸਵਾਲ ਉੱਠ ਜਾਂਦੇ ਨੇ, ਵੀਡੀਓਜ਼ ਨਸ਼ਰ ਹੁੰਦੀਆਂ ਨੇ, ਮੀਡੀਆ ਦੇ ਵਿੱਚ ਆਉਂਦੀਆਂ। ਲੋਕ ਕਹਿੰਦੇ ਕਿ ਅਸੀਂ ਜੇ ਬੋਰ ਕਰਾ ਲਈਏ ਤਾਂ ਥੱਲੋਂ ਲਾਨ ਨਿਕਲਦਾ, ਮਤਲਬ ਉਹ ਜਿਹੜਾ ਉਹ ਧਰਤੀ ਦੇ ਵਿੱਚ ਪਾ ਦਿੰਦੇ ਨੇ ਗੰਦਾ ਕੈਮੀਕਲ ਵਗੈਰਾ, ਉਹਦੇ ਨਾਲ ਨੁਕਸਾਨ, ਬਿਮਾਰੀਆਂ ਪੈਦਾ ਹੋ ਰਹੀਆਂ। ਪਰ ਇਹਦੇ ਨਾਲ ਅਖੀਰ ਦੇ ਵਿੱਚ ਇਹ ਵੀ ਗੱਲ ਜੁੜੇਗੀ ਕਿ ਸਰਕਾਰ ਇਹਦੇ ਉੱਤੇ ਚੁੱਪ ਕਿਉਂ ਹੈ। 5 ਮਹੀਨੇ ਹੋ ਗਏ ਸਰਕਾਰ ਨੂੰ ਆਇਆ, ਬਦਲਾਅ ਇਸ ਪਾਸੇ ਵੱਲ ਨੂੰ ਵੀ ਹੋਣਾ ਚਾਹੀਦਾ ਹੈ। ਜੇ ਤੁਸੀਂ ਕਹੋ ਕਿ ਅਸੀਂ ਬਦਲਾਅ ਕਰ ਰਹੇ ਹਾਂ, ਲੋਕ ਸਾਡੇ ਬਦਲਾਅ ਨੂੰ ਪ੍ਰਚਾਰ ਨਹੀਂ ਰਹੇ। ਜੀ ਸੁਖਵਿੰਦਰ ਜੀ, ਬੜਾ ਮਹੱਤਵਪੂਰਨ ਜਿਹੜਾ ਮੁੱਦਾ ਤੁਸੀਂ ਛੋਇਆ। ਇਹ ਦੇਖੋ, ਕਿੱਥੇ ਪੰਜਾਬਾਂ ਦੀ ਧਰਤੀ ਤੇ ਆਪਣਾ ਅੰਮ੍ਰਿਤ ਵਰਗਾ ਪਾਣੀ ਸੀ, ਪਰੰਤੂ ਜਿਹੜੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਪੁਰਾਣੀਆਂ ਦੀਆਂ, ਤੇ ਜਿਹੜੀ ਇਹ ਸਰਕਾਰ ਬੜੇ ਠੋਕ ਵਜਾ ਕੇ ਫੇਰ ਅੱਗੇ ਲੈ ਕੇ ਜਾ ਰਹੀ ਆ। ਹੁਣ ਤੁਸੀਂ ਸ਼ਰਾਬ ਫੈਕਟਰੀ ਦੀ ਗੱਲ ਕੀਤੀ, ਦੇਖੋ ਪੰਜਾਬ ਦੇ ਵਿੱਚ ਕਪੂਰਥਲਾ 'ਚ ਰਾਣਾ ਗੁਰਜੀਤ ਉਹਨਾਂ ਦੀ ਆਪਣੀ ਸ਼ਰਾਬ ਫੈਕਟਰੀ ਆ, ਉੱਥੇ ਵੀ ਪੋਲਿਊਸ਼ਨ ਦਾ ਰੌਲਾ ਪੈਂਦਾ ਰਹਿੰਦਾ। ਆਪਣਾ ਜਗਜੀਤ ਆਪਣੀ ਸ਼ਰਾਬ ਫੈਕਟਰੀ, ਆਪਾਂ ਜੇ ਅੰਮ੍ਰਿਤਸਰ ਨੂੰ ਜਾਈਏ ਤਾਂ ਉੱਥੇ ਜਦੋਂ ਆਪਾਂ GT ਰੋਡ ਤੇ ਜਾਂਦੇ ਆ, ਵੀ ਉੱਥੋਂ ਲੰਘਣਾ ਆਪਾਂ ਨੂੰ ਸਮੈਲ ਹੀ ਇੰਨੀ ਆ, ਤੇ ਉਹਦਾ ਜਿਹੜਾ ਪਾਣੀ ਆ ਉਹ ਮਤਲਬ ਉੱਥੇ ਪੋਲਿਊਟ ਕਰ ਰਿਹਾ। ਇਹ ਜਿਹੜਾ ਹੁਣ ਲੇਟੈਸਟ ਮਸਲਾ ਹੋਇਆ, ਇਹ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਜੀ ਲੱਗੀ ਹੋਈ, ਜਿਹਦਾ ਕਿ ਕਿਹਾ ਜਾਂਦਾ ਵੀ ਜਿਹਦਾ ਮਾਲਕ ਦੀਪਕ ਮਲਹੋਤਰਾ ਹੈ। ਸੋ ਦੀਪਕ ਮਲਹੋਤਰਾ ਕਿ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀਗੇ, ਸਿਰਕੱਢ ਆਗੂ ਸੀ, ਤੇ ਹੁਣ ਉਹਨਾਂ ਕੋਲੇ ਸਾਰੇ ਦਿੱਲੀ ਦੇ ਜਿਹੜੇ ਠੇਕੇ ਆ ਉਹ ਸਾਰੇ ਦੀਪਕ ਮਲਹੋਤਰੇ ਕੋਲੇ ਆ। ਸੋ ਇੱਥੋਂ ਇਹ ਗੱਲ ਜ਼ਾਹਰ ਹੁੰਦੀ ਆ ਵੀ ਸਰਕਾਰਾਂ ਕਿਵੇਂ ਅਮੀਰ ਜ਼ਿਆਦਿਆਂ ਨੂੰ ਉਹਨਾਂ ਨਾਲ ਹੱਥ ਮਿਲਾਉਂਦੀਆਂ ਤੇ ਉਹਨਾਂ ਨੂੰ ਕਿਵੇਂ ਲਾਭ ਦਿੰਦੀਆਂ। ਹੁਣ ਆਉਂਦੇ ਆਪਾਂ ਪੋਲਿਊਸ਼ਨ ਵਾਲੇ ਪਾਸੇ ਇਸ ਤੇ ਵੀ ਪੋਲਿਊਸ਼ਨ ਦੇ ਵਿੱਚ ਇਹ ਆ। ਦੇਖੋ ਸੁਖਵਿੰਦਰ ਜੀ, ਜਿਹੜੀਆਂ ਇਹ ਸ਼ਰਾਬ ਫੈਕਟਰੀਆਂ ਦੇ ਵਿੱਚੋਂ ਨਿਕਲਦਾ ਜਿਹੜਾ ਆਪਣਾ ਪੋਲਿਊਟੈਂਟ ਹੁੰਦਾ, ਜਦੋਂ ਪ੍ਰੋਸੈਸਿੰਗ ਤੋਂ ਬਾਹਰ ਨਿਕਲਦਾ, ਇਹ ਬਹੁਤ ਖਤਰਨਾਕ ਪਾਣੀ ਹੁੰਦਾ। ਇਸ ਪਾਣੀ ਦੇ ਵਿੱਚ ਏਦਾਂ ਦੇ ਤੱਤ ਹੁੰਦੇ ਆ ਜਿਨ੍ਹਾਂ ਨਾਲ ਕੈਂਸਰ ਹੁੰਦਾ, ਜਿਨ੍ਹਾਂ ਦੇ ਨਾਲ ਆਪਣੇ ਤੁਸੀਂ ਕਹਿ ਸਕਦੇ ਹੋ ਵੀ ਜੈਨੇਟਿਕ ਡਿਸਆਰਡਰ ਆ ਜਾਂਦੇ ਆ, ਵੀ ਬੱਚੇ ਮੰਦਬੁੱਧੀ ਜੰਮਦੇ ਆ, ਜਾਂ ਵਿੰਗੇ ਟੇਢੇ ਜਾਂ ਅਪੰਗ ਜੰਮਦੇ ਆ। ਬੱਚਿਆਂ ਦੀ ਮਾਨਸਿਕ ਜਿਹੜੀ ਡਿਵੈਲਪਮੈਂਟ ਆ ਉਹ ਸਹੀ ਨਹੀਂ ਹੁੰਦੀ। ਸੋ ਪਰ ਨਾਲੇ ਸਭ ਤੋਂ ਵੱਡੀ ਗੱਲ ਸੁਖਵਿੰਦਰ ਜੀ, ਤੁਸੀਂ ਸੋਚ ਕੇ ਦੇਖੋ ਵੀ ਉਹ ਪਾਣੀ ਉਸ ਬੰਦੇ ਨੇ, ਉਹ ਇੱਕ ਕਿਸਮ ਦਾ ਕਾਤਲ ਆ ਜਿਹੜਾ ਇਹ ਬੰਦਾ, ਇਹਦੇ ਜ਼ਿੰਮੇਵਾਰ। ਇਹ ਜਦੋਂ ਪਾਣੀ ਧਰਤੀ ਦੇ ਵਿੱਚ ਉਹਨਾਂ ਨੇ ਬੋਰ ਕਰਾ ਤੇ 400 ਫੁੱਟ ਤੋਂ ਡੂੰਘਾ ਬੋਰ ਕਰਾਇਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਜੀ ਕਿਸੇ 'ਚ। ਤੇ ਪਹਿਲਾਂ ਲੋਕਾਂ ਦੇ ਜਿਹੜੇ ਬੋਰ ਸੀਗੇ ਉਹ ਜਦੋਂ ਮੋਟਰ ਚਲਾਉਂਦੇ ਸੀ ਤਾਂ ਉਹਨਾਂ ਨੂੰ 10-15 ਮਿੰਟ ਪਾਣੀ ਜਿਹੜਾ ਨਾ ਗੰਧਲਾ ਨਿਕਲਦਾ ਸੀ, ਤੇ ਉਹਦੇ ਵਿੱਚੋਂ ਸਮੈਲ ਵੀ ਆਉਂਦੀ ਸੀ। ਇਹ ਕੁਦਰਤੀ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਡੂੰਘਾ ਬੋਰ ਕਰਾਇਆ ਗਿਆ ਤੇ ਜਦੋਂ ਉਹ ਥੱਲੇ ਪਹੁੰਚੇ ਤਾਂ ਉੱਥੋਂ ਬਿਲਕੁਲ ਲਾਹਣ ਵਰਗਾ ਪਾਣੀ ਨਿਕਲਿਆ ਵਿੱਚੋਂ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੇਖੋ ਤੁਸੀਂ, ਇਹ ਜਿਹੜਾ ਪਾਣੀ ਆ ਇਹ ਜਦੋਂ ਧਰਤੀ ਦੇ ਵਿੱਚ ਪਾ ਰਹੇ ਆ ਪਿਛਲੇ ਕਿੰਨੇ ਸਾਲਾਂ ਤੋਂ, ਤਾਂ ਤੁਸੀਂ ਦੇਖੋ ਵੀ ਉੱਥੇ ਕਿੰਨੇ ਹੀ ਮਤਲਬ ਪਿੰਡਾਂ ਦਾ ਜਿਹੜਾ ਧਰਤੀ ਹੇਠਲਾ ਪੱਤਣ ਆ ਉਹ ਇਸ ਪਾਣੀ ਦੇ ਨਾਲ ਭਰ ਚੁੱਕਿਆ। ਤੇ ਤੁਸੀਂ ਮੈਨੂੰ ਦੱਸੋ ਵੀ ਇਸ ਪਾਣੀ ਨੂੰ ਆਪਾਂ ਕਦੇ ਉਸ ਮਿੱਟੀ ਨੂੰ ਸਾਫ਼ ਕਰ ਸਕਦੇ? ਕੋਈ ਢੰਗ ਹੈ ਜਿਹਦੇ ਵਿੱਚ ਆਪਾਂ ਕੈਂਸਰ ਵਾਲੇ ਕਰਨ ਵਾਲੇ ਆਪਾਂ ਇੰਨੇ ਖਤਰਨਾਕ ਤੱਤ ਪਾਤੇ? ਮਤਲਬ ਜਿਵੇਂ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਹੁੰਦਾ, ਜਿਵੇਂ ਜੇ ਕਿਤੇ ਗੈਸ ਸਟੇਸ਼ਨ ਤੇ ਮਾੜਾ ਜਿਹਾ ਤੇਲ ਡੁੱਲ ਜੇ ਤਾਂ ਉਹ ਸਾਰੀ ਦੀ ਸਾਰੀ ਮਿੱਟੀ ਚੱਕ ਕੇ ਉਸ ਸ਼ਹਿਰ ਦੇ ਵਿੱਚੋਂ ਲਿਜਾ ਕੇ ਉਹਨੂੰ ਕਿਤੇ ਸੇਫ ਥਾਂ ਤੇ ਡਿਸਪੋਜ਼ ਕੀਤਾ ਜਾਂਦਾ, ਵੀ ਉਹਦੇ ਵਿੱਚੋਂ ਲੀਚਿੰਗ ਹੋ ਕੇ ਵੀ ਕੋਈ ਚੀਜ਼ ਬਾਹਰ ਨਾ ਜਾਵੇ। ਸੋ ਮਤਲਬ ਜਿਹੜਾ ਆਪਾਂ ਨੇ ਆਪ ਪਾਇਆ ਉਸ ਧਰਤੀ ਦੇ ਵਿੱਚ, ਜਿਹਨੂੰ ਆਪਾਂ ਧਰਤੀ ਮਾਂ ਕਹਿੰਦੇ, ਖਵਾਜਾ ਕਿਹਾ ਜਾਂਦਾ। ਸੋ ਖਵਾਜੇ ਦੇ ਵਿੱਚ ਇਹਨਾਂ ਨੇ ਬੋਰ ਕਰਾ ਕੇ, ਇਹਨਾਂ ਕਾਤਲਾਂ ਨੇ, ਮੈਂ ਇਹਨਾਂ ਨੂੰ ਕਾਤਲ ਅੱਖਰ ਹੀ ਵਰਤੂੰਗਾ, ਜਿਹੜੇ ਇਹ ਲੋਕ ਜ਼ਿੰਮੇਵਾਰ, ਇਹਨਾਂ ਦੇ ਖਾਤਰ ਮਨੁੱਖ ਅੱਖਰ ਨਹੀਂ ਵਰਤਿਆ ਜਾਣਾ ਚਾਹੀਦਾ। ਇਹਨਾਂ ਤੇ ਕ੍ਰਿਮੀਨਲ ਕੇਸ ਦਰਜ ਹੋਣੇ ਚਾਹੀਦੇ, ਨਾ ਕਿ ਸਿਰਫ ਇੰਨਾ ਹੀ ਕਿ ਫੈਕਟਰੀ ਬੰਦ ਹੋਵੇ। ਸੋ ਉਹ ਲੋਕਾਂ ਨੇ ਮਤਲਬ ਕਿੱਡਾ ਵੱਡਾ ਮਨੁੱਖਤਾ ਲਈ ਘਾਣ ਕੀਤਾ ਵੀ ਸਾਡੀ ਅੰਮ੍ਰਿਤ ਵਰਗੀ ਮਿੱਟੀ ਤੇ ਅੰਮ੍ਰਿਤ ਵਰਗੇ ਪਾਣੀ ਨੂੰ
ਇੰਨਾ ਜ਼ਹਿਰੀਲਾ ਕਰਤਾ ਤੇ ਜਿਹਨੂੰ ਸਹੀ ਹੋਣ ਨੂੰ ਸੈਂਕੜੇ ਸਾਲ ਲੱਗਣਗੇ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਇਹ ਕਿਉਂ ਨਹੀਂ ਹੋਣਾ ਇਹ, ਕਿਉਂਕਿ ਜੇ ਆਪਾਂ ਕਹਿੰਦੇ ਵੀ ਵਗਦਾ ਪਾਣੀ ਸਾਫ਼ ਹੁੰਦਾ, ਜਦ ਪਾਣੀ ਖੜ ਜਾਂਦਾ ਤੇ ਉਹ ਤੋਂ ਮੁਸ਼ਕ ਆਉਣ ਲੱਗ ਜਾਂਦਾ। ਮਤਲਬ ਆਪਣੇ ਟੋਬੇ ਦੇ ਪਾਣੀ ਦੇ ਵਿੱਚੋਂ ਮੁਸ਼ਕ ਆਉਂਦਾ, ਜੇ ਆਪਾਂ ਨਹਿਰ ਦਾ ਪਾਣੀ ਹੋਵੇ ਤਾਂ ਉਹਦੇ ਵਿੱਚੋਂ ਸਮੈਲ ਨਹੀਂ ਆਉਂਦੀ ਹੈਗੀ, ਕਿਉਂਕਿ ਵਗਦਾ ਪਾਣੀ ਰਹਿੰਦਾ। ਤੇ ਇਹ ਭਾਈ ਬੰਦਾ ਨੇ ਕੀ ਕੀਤਾ, ਉਹ ਆਪਣਾ ਜਿਹੜਾ ਗੰਦਲਾ ਪਾਣੀ ਆ ਧਰਤੀ ਦੇ ਵਿੱਚ ਥੱਲੇ ਪਾਤਾ ਤੇ ਜਿਹੜਾ ਉਹ ਪਾਣੀ ਆ ਉੱਥੇ ਹੀ ਪਿਆ ਉਹ। ਦੂਸਰੀ ਗੱਲ ਇਹ ਹੈ, ਜਦੋਂ ਵੀ ਆਪਾਂ ਕੋਈ ਵੀ ਜਿਵੇਂ ਸੀਵੇਜ ਟ੍ਰੀਟਮੈਂਟ ਪਲਾਂਟ ਵੀ ਆ, ਤੁਸੀਂ ਦੇਖਿਆ ਹੋਣਾ ਵੀ ਜੇ ਉਹਨਾਂ ਦੇ ਜਿਹੜੇ ਪਾਣੀ ਖੜਾ ਹੁੰਦਾ ਉਹਦੇ ਵਿੱਚ ਪੱਖੇ ਮੋਟਰ ਉਹਨੂੰ ਪਾਣੀ ਨੂੰ ਜ਼ੋਰ ਦੀ ਘੁਮਾ ਰਹੀ ਹੁੰਦੀ ਆ। ਉਹਦਾ ਪਰਪਸ ਇਹ ਹੁੰਦਾ ਵੀ ਉਹਦੇ ਵਿੱਚ ਆਕਸੀਜਨ ਭੇਜੀ ਜਾਵੇ ਤਾਂ ਕਿ ਆਕਸੀਜਨ ਦੇ ਨਾਲ ਮਾਈਕਰੋ ਆਰਗੇਨਿਜ਼ਮ ਆ ਜਿਹੜੇ ਉਸ ਪਾਣੀ ਦੇ ਵਿੱਚ ਜਿਹੜੇ ਪੋਲਿਊਟੈਂਟ ਤੱਤ ਆ ਉਹਨਾਂ ਨੂੰ ਜਾਨੀ ਕਿ ਆਕਸੀਡਾਈਜ਼ ਕਰ ਦੇਣ, ਗਾਲ ਕੇ ਵੀ ਉਹ ਪਾਣੀ ਨੂੰ ਸਾਫ਼ ਕਰ ਦਿੰਦੇ ਆ। ਸੋ ਜਿਹੜਾ ਆਪਾਂ ਨੇ ਮਤਲਬ ਉਹ ਆਪਾਂ ਜਿਹੜੀ ਮੈਂ ਤੁਹਾਨੂੰ ਕਿਰਿਆ ਦੱਸ ਰਿਹਾ ਕਿਉਂ ਇਹ ਇਸ ਕਰਕੇ ਵੀ ਜੇ ਕਿਤੇ ਵੀ ਪਾਣੀ ਨੂੰ ਆਪਾਂ ਪਲੀਤ ਪਾਣੀ ਨੂੰ, ਪ੍ਰਦੂਸ਼ਿਤ ਪਾਣੀ ਨੂੰ ਸਾਫ਼ ਕਰਨਾ ਤਾਂ ਉਹਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਤਾਂ ਕਿ ਮਾਈਕਰੋ ਆਰਗੇਨਿਜ਼ਮ ਉਤੋਂ ਆਪਣਾ ਕੁਦਰਤੀ ਕਿਰਿਆਵਾਂ ਦੇ ਨਾਲ ਉਹਨੂੰ ਸਾਫ਼ ਕਰ ਦਿੰਦੇ ਆ, ਉਹਨੂੰ ਡੀਕੰਪੋਜ਼ ਕਰ ਦਿੰਦੇ ਆ। ਪਰੰਤੂ ਜਿਹੜਾ ਇਹ ਪਾਣੀ ਧਰਤੀ ਦੇ ਵਿੱਚ ਪਾਤਾ ਉੱਥੇ ਆਕਸੀਜਨ ਜਾਣੀ ਨਹੀਂ। ਉਹ ਜਿਹੜੇ ਕੈਮੀਕਲ ਜਿਹੜੇ ਪੋਲਿਊਟੈਂਟ ਇੱਕ ਵਾਰੀ ਉੱਥੇ ਚਲੇ ਗਏ, ਉਹਨਾਂ ਨੇ ਉਸੇ ਹਾਲਾਤ ਉਸੇ ਕੈਮੀਕਲ ਜਿਹੜੀ ਉਹਨਾਂ ਦਾ ਸਟਰਕਚਰ ਆ ਉਸੇ ਰੂਪ ਦੇ ਵਿੱਚ ਉਹਨਾਂ ਨੇ ਪਏ ਰਹਿਣਾ ਤੇ ਉਹ ਅੱਜ 100 ਸਾਲ ਬਾਅਦ ਵੀ ਉਨੇ ਹੀ ਖਤਰਨਾਕ ਹੋਣਗੇ, 1000 ਸਾਲ ਬਾਅਦ ਵੀ ਉਨੇ ਖਤਰ ਹੋਣਗੇ, 10,000 ਸਾਲ ਬਾਅਦ ਵੀ ਉਨੇ ਹੀ ਖਤਰਨਾਕ ਹੋਣਗੇ। ਸੋ ਮਤਲਬ ਇਹ ਇੱਕ ਇਰਵਰਸੀਬਲ ਜਿਹੜਾ ਵਾਪਸ ਨਹੀਂ ਮੋੜਿਆ ਜਾ ਸਕਣ ਵਾਲਾ ਨੁਕਸਾਨ ਕੀਤਾ ਜਾ ਰਿਹਾ। ਸੋ ਇਹਦੇ ਖਾਤਰ ਇਹ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ। ਜਿਵੇਂ ਪਹਿਲਾਂ ਤੁਹਾਨੂੰ ਦੱਸ ਵੀ ਇਹ ਧਨਾਡਾਂ ਦੇ ਸਰਕਾਰ ਨਾਲ ਹੱਥ ਮਿਲਾਏ ਹੋਏ ਆ, ਜਿਵੇਂ ਇਹਦੀ ਫੋਰ ਐਗਜ਼ਾਮਪਲ ਨਾਲ ਹੀ ਜੁੜੀ ਹੋਈ ਹੈ ਜਿਵੇਂ ਬਰਨਾਲੇ ਦੇ ਵਿੱਚ ਟਰਾਈਡੈਂਟ ਫੈਕਟਰੀ ਹੈ ਜੀ, ਉੱਥੇ ਉਹਦੇ ਮੂਹਰੇ 15 ਦਿਨ ਪਹਿਲਾਂ ਆਪਣਾ ਕਿਸਾਨ ਜਥੇਬੰਦੀਆਂ ਨੇ ਧਰਨਾ ਵੀ ਲਾਇਆ ਹੋਇਆ ਸੀਗਾ। ਉਹਦਾ ਵੀ ਇੰਤਜ਼ਾਮ ਆ ਵੀ ਉਹ ਬੋਰ ਕਰਾ ਕੇ ਧਰਤੀ ਦੇ ਵਿੱਚ ਟੈਕਸਟਾਈਲ ਇੰਡਸਟਰੀ ਜਿਹਦੇ ਵਿੱਚ ਵੀ ਬਹੁਤ ਖਤਰਨਾਕ ਜਿਹੜੇ ਕੈਮੀਕਲ ਪ੍ਰੋਡਿਊਸ ਹੁੰਦੇ ਆ ਉਹ ਪਾਣੀ ਆ ਜਿਹੜਾ ਉਹ ਧਰਤੀ ਦੇ ਹੇਠ ਪਾ ਰਿਹਾ ਤੇ ਉੱਥੇ ਇਲਾਕੇ ਦੇ ਜਿਵੇਂ ਆਪਣਾ ਮੈਨੂੰ ਪਿੰਡ ਦਾ ਨਾਂ ਭੁੱਲ ਗਿਆ, ਸੰਗਰੂਰ ਦੇ ਕੋਲੇ, ਤੇ ਉੱਥੇ ਬੋਰਾਂ ਦੇ ਵਿੱਚੋਂ ਉਹ ਜ਼ਹਿਰੀਲਾ ਪਾਣੀ ਨਿਕਲ ਰਿਹਾ, ਉਹ ਲੋਕ ਪੀ ਨਹੀਂ ਸਕਦੇ। ਆਪਾਂ ਜਦੋਂ ਮੈਂ ਬਚਪਨ ਦੇ ਵਿੱਚ ਸੀ ਖਾਲ ਦੇ ਵਿੱਚੋਂ ਵੀ ਪਾਣੀ ਪੀ ਲੈਂਦੇ ਸੀ, ਬੋਰਾਂ ਦਾ ਤਾਂ ਪਾਣੀ ਕਿੰਨਾ ਸਵਾਦ ਹੁੰਦਾ ਸੀ। ਸੋ ਸਾਰੇ ਪੰਜਾਬ ਨੂੰ ਇਹਨਾਂ ਨੇ ਫਿਲਟਰਾਂ ਤੇ ਲਾਤਾ। ਇੱਥੇ ਮੈਂ ਇੱਕ ਕਰਨੀ ਚਾਹੁੰਦਾ ਮਤਲਬ ਵੀ ਇਹ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ। ਇਵੇਂ ਹੀ ਹੁਣ ਤੁਸੀਂ ਦੇਖਿਆ ਹੋਣਾ ਵੀ ਜਗਰਾਉਂ ਦੇ ਕੋਲੇ ਲਾਰਸਨ ਟਿਊਬਰੋ ਵੱਲੋਂ ਇੱਕ ਬਹੁਤ ਵੱਡਾ ਪਲਾਂਟ ਵਾਟਰ ਟ੍ਰੀਟਮੈਂਟ ਖਾਤਰ ਲਾਇਆ ਜਾ ਰਿਹਾ। ਸੋ ਮਤਲਬ ਇਹ ਨਾ ਮਤਲਬ ਸਿੰਪਲ ਗੱਲਾਂ ਨਹੀਂ ਹੈਗੀਆਂ। ਆਉਣ ਵਾਲੇ ਸਮੇਂ ਦੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਵੀ ਇੱਥੇ ਨਾ ਇੱਕ ਤਾਂ ਹੁਣ ਅੱਜ ਕੱਲ੍ਹ ਬਿਜਲੀ ਵਾਲੀਆਂ ਗੱਡੀਆਂ ਚੱਲਣ ਦਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਰੌਲਾ ਪੈ ਰਿਹਾ। ਟੈਸਲਾ ਨੇ ਆਪਣੀ ਇਲੈਕਟ੍ਰਿਕ ਕਾਰ ਕੱਢਤੀ, ਹੋਰ ਹਾਈਬ੍ਰਿਡ ਕਾਰਾਂ ਆ ਰਹੀਆਂ, ਬਾਕੀ ਸਾਰੇ ਵੀ ਕੱਢ ਰਹੇ ਆ। ਇੱਕ ਜਿਹੜੀ ਇਦੋਂ ਵੀ ਗਾਹਾਂ ਦੀ ਟੈਕਨੋਲੋਜੀ ਆ ਰਹੀ ਆ ਉਹ ਆ ਹਾਈਡਰੋਜਨ ਫਿਊਲ ਸੈਲ ਟੈਕਨੋਲੋਜੀ, ਜਿਹਦੇ ਵਿੱਚ ਕਿ ਹਾਈਡਰੋਜਨ ਦੇ ਨਾਲ ਗੱਡੀਆਂ ਚੱਲਣੀਆਂ ਤੇ ਉਹ ਹਾਈਡਰੋਜਨ ਆਉਣੀ ਕਿੱਥੋਂ ਆ? ਪਾਣੀ ਦੇ ਵਿੱਚੋਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੇ ਵੀ ਤੇਲ ਵਾਂਗ ਵਰਤਿਆ ਜਾਣਾ। ਸੋ ਇਹ ਪਾਣੀ ਦੇ ਉੱਪਰ ਕਬਜ਼ਾ ਕਰਨ ਖਾਤਰ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਪਲਾਂਟ ਲਾ ਰਹੀਆਂ ਤੇ ਇਹ ਜਿਹੜੇ ਉਹਦੇ ਖਾਤਰ ਆਪਣਾ ਜਿਹੜੀ ਬਹਾਨਾ ਬਣਾਇਆ ਜਾ ਰਿਹਾ ਵੀ ਪਾਣੀ ਪ੍ਰਦੂਸ਼ਿਤ ਹੋ ਗਿਆ। ਪਰ ਜਿਹੜੇ ਪ੍ਰਦੂਸ਼ਿਤ ਕਰਨ ਵਾਲੇ ਆ ਉਹ ਸਰਕਾਰ ਦੇ ਵਿੱਚ ਹਿੱਸੇਦਾਰ ਆ, ਚਾਹੇ ਗੁਪਤਾ ਜੀ ਹੋਣ, ਰਜਿੰਦਰ ਗੁਪਤਾ ਜੀ ਜਿਹਨਾਂ ਨੂੰ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਲਾਇਆ ਆਪ ਸਰਕਾਰ ਨੇ, ਚਾਹੇ ਦੀਪਕ ਮਲਹੋਤਰਾ ਜੀ ਹੋਣ ਜਿਹੜੇ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਦੇ ਵਿੱਚ ਸਾਰੇ ਸ਼ਰਾਬ ਦੇ ਠੇਕੇ ਇਹਨਾਂ ਦੇ ਕੋਲ ਆ। ਸੋ ਉੱਥੇ ਹੁਣ ਇਹਨਾਂ ਵੱਲੋਂ ਹੋਰ ਕੀਤਾ ਜਾ ਰਿਹਾ। ਉੱਥੇ ਤੁਹਾਨੂੰ ਇਹ ਮਤਲਬ ਜਿਹੜੇ ਉੱਥੇ ਇਲਾਕੇ ਦੇ ਕਿਸਾਨ ਆ ਉਹਨਾਂ ਵੱਲੋਂ ਉੱਥੇ ਲਗਾਤਾਰ ਧਰਨਾ ਲਾਇਆ ਗਿਆ ਦਿਨ ਰਾਤ ਦਾ। ਨੌਜਵਾਨ ਮੁੰਡੇ ਉੱਥੇ ਬੈਠੇ ਆ ਜਿਹੜੇ ਕਿ ਇਸ ਚੀਜ਼ ਉਹ ਕਹਿੰਦੇ ਵੀ ਫੈਕਟਰੀ ਬੰਦ ਕੀਤੀ ਜਾਵੇ। ਪਰ ਇਹਨਾਂ ਦੇ ਜਿਹੜੇ ਦੀਪਕ ਮਲਹੋਤਰਾ ਵੱਲੋਂ ਹੁਣ ਇੱਕ ਉੱਥੇ ਹੋਰ ਸ਼ਗੂਫਾ ਛੱਡਿਆ ਜਾ ਰਿਹਾ ਆਪਣੇ ਜਿਹੜੇ ਕਿਰਾਏ ਦੇ ਬੰਦੇ ਲੈ ਕੇ ਵੀ ਇਸ ਦੇ ਨਾਲ ਤਾਂ ਜੀ ਰੁਜ਼ਗਾਰ ਚਲਿਆ ਜਾਊਗਾ। ਗੱਲ ਫੈਕਟਰੀ ਬੰਦ ਕਰਨ ਨੂੰ ਨਹੀਂ ਕਹਿ ਰਿਹਾ ਕੋਈ ਵੀ ਟੈਕਨੀਕਲੀ, ਮੈਂ ਜੇ ਆਪਣੇ ਥਾਂ ਤੇ ਕਹਾਂ ਫੈਕਟਰੀ ਚਾਹੇ ਚੱਲਣੀ ਚਾਹੀਦੀ ਹੈ ਪਰ ਜਿਹੜਾ ਪਾਣੀ ਆ, ਪਾਣੀ ਨੂੰ ਜਿਹੜਾ ਧਰਤੀ ਦੇ ਵਿੱਚ ਪਾ ਰਹੇ ਆ ਉਹ ਇੱਕ ਕ੍ਰਿਮੀਨਲ ਅਫੈਂਸ ਆ। ਇਹਨਾਂ ਤੇ ਕਤਲ ਦੇ ਪਰਚੇ ਹੋਣੇ ਚਾਹੀਦੇ। ਉਹ ਪਾਣੀ ਟ੍ਰੀਟ ਕਰਕੇ ਜਿਵੇਂ ਮਰਜ਼ੀ ਫੈਕਟਰੀ ਚਲਾਉਣ, ਆਪਣੇ ਇਸ ਖਾਤਰ ਪਲਾਂਟ ਲਾਉਣ। ਇਹਦੇ ਖਾਤਰ CEPT ਪਲਾਂਟ ਹੁੰਦੇ ਆ ਜਿਹੜੇ ਕਿ ਟਰਸ਼ਰੀ ਟ੍ਰੀਟਮੈਂਟ ਹੁੰਦਾ, ਉਹਦੇ ਨਾਲ ਕਾਫੀ ਹੱਦ ਤੱਕ ਪੋਲਿਊਟੈਂਟ ਜਿਹੜੇ ਕੱਢ ਲਏ ਜਾਂਦੇ ਆ ਤੇ ਉਹਨਾਂ ਦੀ ਸੇਫ ਡਿਸਪੋਜ਼ਲ ਦਾ ਪ੍ਰਬੰਧ ਕੀਤਾ ਜਾਵੇ। ਪੰਜਾਬ ਦੇ ਵਿੱਚ ਜੇ ਚਲਾਉਣੀਆਂ ਫੈਕਟਰੀਆਂ ਤਾਂ ਉਹ ਚੀਜ਼ ਵੱਲ ਕਰਨ ਦੀ ਲੋੜ ਆ। ਪਰ ਇਸ ਗੱਲ ਖਾਤਰ ਜ਼ਿੰਮੇਵਾਰ ਆਪਣਾ ਚੱਲਦਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਭ੍ਰਿਸ਼ਟਾਚਾਰ ਆ। ਇਹਦੇ ਖਾਤਰ ਮੈਂ ਤੁਹਾਨੂੰ ਜਾਣੀ ਕਿ ਸੁਖਵਿੰਦਰ ਜੀ ਦਰਸ਼ਕਾਂ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਬਈ ਮੈਂ ਜਦੋਂ ਯੂਨੀਵਰਸਿਟੀ ਦੇ ਵਿੱਚ ਸੀ ਤੇ ਸਾਡੇ ਨਾਲ ਨਾ ਡਿਊਟੀ ਲੱਗੀ ਹੁੰਦੀ ਸੀਗੀ। ਅਸੀਂ SDO ਜਾਂ ਐਕਸੀਅਨ ਪੋਲਿਊਸ਼ਨ ਕੰਟਰੋਲ ਬੋਰਡ ਦੇ ਸਾਡੇ ਕੋਲ ਆਉਂਦੇ ਸੀ, ਅਸੀਂ ਉਹਨਾਂ ਨਾਲ ਜਾ ਕੇ ਸੈਂਪਲ ਲੈਂਦੇ ਸੀ ਆਪ ਤੇ ਆਪ ਹੀ ਐਨਾਲਿਸਿਸ ਕਰਦੇ ਸੀ। ਤੇ ਉਦੋਂ ਜਿਹੜੇ ਨਵੇਂ ਮੁੰਡੇ ਸੀਗੇ ਉਹ ਮੈਨੂੰ ਦੱਸਦੇ ਸੀਗੇ ਮਤਲਬ ਵੀ ਕਹਿੰਦੇ ਡਾਕਟਰ ਸਾਹਿਬ ਜਾਣੀ ਕਿ ਨਾ ਮਤਲਬ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਪਰ ਜਾਣੀ ਐ ਹੁੰਦਾ ਵੀ ਜੇ ਅਸੀਂ ਕਿਸੇ ਐਕਸ਼ਨ ਲੈ ਰਹੇ ਆ ਵੱਡੀ ਫੈਕਟਰੀ ਤੇ ਸਾਡੇ ਘਰ ਜਾਣ ਤੋਂ ਪਹਿਲਾਂ ਸਾਡੀ ਆਪਣੀ ਜਿਹੜੀ ਆ ਬਦਲੀ ਹੋ ਜਾਂਦੀ ਆ।
ਤੇ ਮਤਲਬ ਇਹ ਗੱਲਾਂ ਬਹੁਤ ਮਤਲਬ ਭ੍ਰਿਸ਼ਟਾਚਾਰ ਆ। ਦੂਸਰੇ ਪਾਸੇ ਇਦਾਂ ਦੇ ਲੋਕ ਵੀ ਆ ਜਿਹਨਾਂ ਕੋਲੇ ਤਨਖਾਹ ਤਾਂ 1 ਲੱਖ ਦੀ ਆ ਤੇ ਉਹਨਾਂ ਨੇ ਕਰੋੜਾਂ ਦੇ ਮਹਿਲ ਬਣਾਏ ਹੋਏ ਆ। ਸੋ ਪੰਜਾਬ ਆਪਣੀ ਭਗਵੰਤ ਮਾਨ ਸਰਕਾਰ ਆ, ਇਹ ਲੀਡਰਾਂ ਦੇ ਪਿੱਛੇ ਤਾਂ ਕਾਂਗਰਸ ਵਾਲਿਆਂ ਪਿੱਛੇ ਪਈ ਆ। ਉਹਨਾਂ ਨੂੰ ਤਾਂ ਪਤਾ ਨਹੀਂ ਕੁਛ ਕਰਨਾ ਕਿ ਨਹੀਂ ਕਰਨਾ, ਪਰ ਇਹ ਜਿਹੜੇ ਮਨੁੱਖਤਾ ਦੇ ਕਾਤਲ ਆ, ਜਿਵੇਂ ਹੁਣ ਵੱਡਾ ਸਕੈਂਡਲ ਚੱਲ ਰਿਹਾ ਵੀ ਉਹ ਆਪਣਾ ਲੁਧਿਆਣੇ ਤੋਂ ਮੰਤਰੀ ਆਪਣੇ ਹੈਗੇ ਆਸ਼ੂ ਜੀ, ਵੀ ਉਹਨਾਂ ਨੇ ਟਰੱਕਾਂ ਦੇ ਜਿਹੜਾ ਉਹ ਅਨਾਜ ਘੁਟਾਲੇ ਦੇ ਵਿੱਚ ਸਕੂਟਰਾਂ ਜਾਂ ਮੋਟਰਸਾਈਕਲਾਂ ਦੇ ਨੰਬਰ ਲਾ ਕੇ ਕਰ ਲਿਆ, ਪਰੰਤੂ ਉਹਦੇ ਨਾਲ ਪੈਸੇ ਖਾਦੇ, ਉਹਦੇ ਨਾਲ ਬਾਕੀ ਮਲੂਕਾਂ ਨੂੰ ਕਤਲ ਤਾਂ ਨਹੀਂ ਕੀਤਾ। ਇਹ ਉਹ ਤੋਂ ਵੀ ਕਿਤੇ ਸੰਗੀਨ ਜੁਰਮ ਆ। ਜੇ ਪੰਜਾਬ ਦੇ ਵਿੱਚ ਸਭ ਤੋਂ ਕੋਈ ਸੰਗੀਨ ਜੁਰਮ ਅੱਜ ਦੀ ਤਰੀਕ ਦੇ ਵਿੱਚ ਕਰਪਸ਼ਨ ਕਰਕੇ ਹੋ ਰਿਹਾ ਤਾਂ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਹੋ ਰਿਹਾ। ਤੇ ਇੱਕ ਮੈਂ ਜਿਵੇਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਦੂਸ਼ਿਤ ਪਾਣੀਆਂ ਨੂੰ ਜੇ ਟੈਸਟ ਕਰਨਾ ਹੋਵੇ, ਉਹਦੀ ਪੰਜਾਬ 'ਚ ਫੈਸਿਲਿਟੀ ਹੈ ਨਹੀਂ। ਆਪਣਾ ਸਿਰਫ ਮੋਹਾਲੀ ਦੇ ਵਿੱਚ ਇੱਕ ਲੈਬ ਆ, ਮੈਨੂੰ ਪਤਾ ਨਹੀਂ ਵੀ ਉਹ ਸਾਰੇ ਟੈਸਟ ਕਰਦੇ ਆ ਕਿ ਨਹੀਂ ਕਰਦੇ। ਤੇ ਉੱਥੇ ਵੀ ਜੇ ਇੱਕ ਪਾਣੀ ਦਾ ਸੈਂਪਲ ਕਰਾਉਣਾ, ਉਹਦੀ ਲਗਭਗ 25,000 ਰੁਪਇਆ ਇੱਕ ਸੈਂਪਲ ਦੀ ਕੀਮਤ ਆ। ਤੇ ਉੱਥੇ ਕਿਹੜਾ ਕਿਸਾਨ ਜਾਂ ਆਮ ਜਿਹੜਾ ਕੋਈ ਸਮਾਜਿਕ ਕਾਰਕੁਨ ਉੱਥੇ ਜਾ ਕੇ ਟੈਸਟ ਕਰਾ ਲੂਗਾ। ਸਰਕਾਰਾਂ ਨੇ ਹੋਈਆਂ ਜਿਹੜੇ ਇਹਨਾਂ ਦੀਆਂ ਲੈਬਾਂ ਆ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ, ਉਹਨਾਂ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ। ਜਿਹੜੀ ਆਪਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਹੋਰ ਯੂਨੀਵਰਸਿਟੀਆਂ ਦੇ ਵਿੱਚ ਹੈ, ਉੱਥੇ ਟੈਸਟ ਹੁੰਦਾ, ਜਿਵੇਂ PAU ਦੇ ਵਿੱਚ ਪਾਣੀ ਦੀ ਟੈਸਟਿੰਗ ਦਾ ਖਾਤਰ ਮਸ਼ਹੂਰ ਆ, ਪਰੰਤੂ ਜਿਹੜਾ ਉੱਥੇ ਪਾਣੀ ਟੈਸਟ ਕੀਤਾ ਜਾਂਦਾ ਉਹ ਇਸ ਲਈ ਕੀਤਾ ਜਾਂਦਾ ਵੀ ਇਹ ਪਾਣੀ ਸਿੰਜਾਈ ਖਾਤਰ ਯੋਗ ਹੈ ਕਿ ਨਹੀਂ ਹੈ। ਉਹਦੇ ਵਿੱਚ ਮੁੱਢਲੇ ਟੈਸਟ ਕੀਤੇ ਜਾਂਦੇ ਆ, ਪਰੰਤੂ ਜਿਹੜੇ ਇਹ ਆਪਣੇ ਪੋਲਿਊਟੈਂਟ ਨੇ, ਇਹ ਆਮ ਮਸ਼ੀਨਾਂ ਨਾਲ ਤਾਂ ਟੈਸਟ ਹੀ ਨਹੀਂ ਹੋ ਸਕਦੇ। ਇਹਨਾਂ ਦੇ ਵਿੱਚ ਏਦਾਂ ਦੀਆਂ ਮਸ਼ੀਨਾਂ ਦੀ ਵਰਤੋਂ ਹੁੰਦੀ ਹੈ ਜਿਨ੍ਹਾਂ ਦਾ 5 ਸਾਲ ਦਾ ਉਹਨਾਂ ਨੂੰ ਮੇਨਟੇਨ ਕਰਨ ਦਾ ਹੀ ਖਰਚਾ 10 ਲੱਖ ਰੁਪਇਆ, ਜਿਹੜੀ ਉਹ ਐਨੂਅਲ ਮੇਨਟੇਨੈਂਸ ਕੰਟਰੈਕਟ ਹੁੰਦਾ। ਤੇ ਮਤਲਬ ਉਹ 10 ਲੱਖ ਰੁਪਏ ਦਾ, ਤੇ ਇਹ ਮਸ਼ੀਨਾਂ ਕਰੋੜ ਰੁਪਏ ਦੀਆਂ ਆਉਂਦੀਆਂ। ਸਰਕਾਰ ਨੂੰ ਇਹਦੀ ਇਨਵੈਸਟਮੈਂਟ ਕਰਨੀ ਪੈਣੀ ਆ। ਜੇ ਆਪਾਂ ਵੈਲਫੇਅਰ ਸਟੇਟ ਕਹਿੰਦੇ ਆ, ਅਸੀਂ ਕਹਿੰਦੇ ਆ ਅਸੀਂ ਲੋਕਾਂ ਦਾ ਭਲਾ ਕਰਨਾ, ਤੇ ਜਿਹੜੇ ਅੱਜ ਦੀ ਮਤਲਬ 10 ਲੱਖ ਰੁਪਇਆ ਵੈਸੇ ਸਰਕਾਰ ਖਾਤਰ ਕੁਛ ਨਹੀਂ, ਇਹ ਤੋਂ ਕਿਤੇ ਵੱਧ ਰੋਜ਼ ਦਾ ਇਸ਼ਤਿਹਾਰਾਂ ਦੇ ਵਿੱਚ ਖਰਚ ਹੋ ਰਿਹਾ। ਸੋ ਗੱਲ ਹੈ ਵੀ ਪੈਸਾ ਕਿੱਥੇ ਲਾਉਣਾ। ਤੇ ਜਦ ਤੱਕ ਇਹ ਆਪਾਂ ਦੂਸਰੀ ਗੱਲ ਸਭ ਤੋਂ ਵੱਡੀ ਹੈ ਵੀ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਜਿਹੜਾ ਇਹ ਇਰਵਰਸੀਬਲ ਆ, ਇਹਦਾ ਕੋਈ ਇਲਾਜ ਨਹੀਂ ਹੋ ਸਕਦਾ ਜੇ ਕਿਸੇ ਨੇ ਇੱਕ ਬੋਰ ਕਰਾ ਕੇ ਥੱਲੇ ਗੰਦਲਾ ਪਾਣੀ ਪਾਤਾ। ਸੋ ਇਸ ਤੇ ਬਹੁਤ ਹੀ ਸਖਤ ਐਕਸ਼ਨ ਲੈਣ ਦੀ ਲੋੜ ਆ। ਜੀ ਸੁਖਵਿੰਦਰ ਜੀ। ਜੀ ਹਰਮਨ ਜੀ, ਇੱਕ ਸਵਾਲ ਮੇਰੇ ਧਿਆਨ 'ਚ ਆ ਰਿਹਾ ਸੀ, ਦਰਸ਼ਕਾਂ ਦੇ ਵੀ ਆਉਂਦਾ ਹੋਣਾ, ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਕਿਹੜੇ ਜਿਹੜੇ ਨਿਯਮ ਲਾਗੂ ਕੀਤੇ ਜਾਂਦੇ ਨੇ ਕਿ ਇਸ ਤਰ੍ਹਾਂ ਕੰਮ ਕਰੋ, ਤੇ ਜੇ ਉਹ ਨਹੀਂ ਉਹਨਾਂ ਦੀ ਪਾਲਣਾ ਕਰਦੀਆਂ ਫੈਕਟਰੀਆਂ ਤਾਂ ਫਿਰ ਉਹਨਾਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਦੂਜਾ ਇਹ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਹੁਣ ਤਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ, ਵਾਤਾਵਰਨ ਪ੍ਰੇਮੀ ਰਹੇ ਨੇ, ਤੇ ਵੇਈ ਨਦੀ ਨੂੰ ਲੈ ਕੇ, ਉਹਦੀ ਸਫਾਈ ਨੂੰ ਲੈ ਕੇ ਜਾਂ ਪਾਣੀਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਬੜਾ ਕੰਮ ਕੀਤਾ, ਪਰ ਕਦੇ ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ ਦੇ ਉੱਤੇ ਹੁਣ ਦੀ ਸਰਕਾਰ ਦੇ ਵਿੱਚ ਕੋਈ ਸਵਾਲ ਚੁੱਕਿਆ ਹੋਵੇ ਕਿ ਆਪਾਂ ਇਸ ਮਸਲੇ ਵੱਲ ਨੂੰ ਕਿਉਂ ਨਹੀਂ ਵੱਧਦੇ, ਕਿਉਂ ਨਹੀਂ ਹੁਣ ਤਾਂ ਪਲੇਟਫਾਰਮ ਵੀ ਮਿਲ ਗਿਆ ਜਿਹਦੇ ਉੱਤੇ ਤੁਸੀਂ ਹੱਲ ਕਰਵਾ ਸਕਦੇ ਹੋ। ਸੁਖਵਿੰਦਰ ਜੀ, ਜਦੋਂ ਕਿਸੇ ਤੇ ਠੱਪਾ ਲੱਗ ਜਾਂਦਾ ਨਾ, ਉਹਦੀ ਜ਼ੁਬਾਨ ਆਟੋਮੈਟਿਕਲੀ ਬੰਦ ਹੋ ਜਾਂਦੀ ਹੈ। ਮੈਂ ਹੁਣ ਸੀਚੇਵਾਲ ਸਾਹਿਬ ਦੀ ਬਹੁਤ ਸਤਿਕਾਰ ਕਰਦਾ, ਉਹਨਾਂ ਨੇ ਕੰਮ ਕੀਤਾ, ਪਰ ਮੈਂ ਹੁਣ ਤੁਹਾਨੂੰ ਵੇਈ ਦੀ ਜਿਹੜੀ ਸਾਫ਼ ਕਰਨ ਵਾਲੇ ਦੱਸਦਾ, ਉਹਦੇ ਵਿੱਚ ਕੀਤਾ ਕੀ ਗਿਆ ਵੀ ਪਿੱਛੋਂ ਨਹਿਰ ਦੇ ਵਿੱਚੋਂ ਪਾਣੀ ਛਡਾ ਲਿਆ ਗਿਆ। ਉਹ ਜਿਹੜੇ ਪੋਲਿਊਟੈਂਟ ਉਹ ਧੱਕ ਕੇ ਅੱਗੇ ਚਲੇ ਗਏ, ਪੋਲਿਊਟੈਂਟ ਪਰੇ ਨਹੀਂ ਕੀਤੇ ਗਏ, ਉਹਨਾਂ ਨੂੰ ਵਾਤਾਵਰਨ ਦੇ ਵਿੱਚੋਂ ਸਾਫ਼ ਨਹੀਂ ਕੀਤਾ ਗਿਆ। ਸੋ ਮਤਲਬ ਇਹ ਜਾਨੀ ਕਿ ਕਹਿੰਦੇ ਆਪਾਂ ਵੀ ਕੱਚ ਘਰੜ ਜਿਹਾ ਕੰਮ ਕਰ ਲਿਆ ਵੀ ਉੱਥੇ ਦੇਖਣ ਨੂੰ ਪਾਣੀ ਸਾਫ਼ ਲੱਗਣ ਲੱਗ ਗਿਆ, ਪਰ ਉਹ ਅੱਗੇ ਆ ਕੇ ਉਹ ਨਹਿਰ ਦੇ ਵੇਈ ਦੇ ਵਿੱਚੋਂ ਦਰਿਆ 'ਚ ਆ ਗਿਆ, ਦਰਿਆ ਦੇ ਵਿੱਚੋਂ ਨਹਿਰਾਂ ਰਾਹੀਂ ਫੇਰ ਉਹ ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਪਹੁੰਚ ਗਿਆ। ਸੋ ਮਤਲਬ ਤੁਹਾਨੂੰ ਮੈਂ ਆਪਣਾ ਡਾਕਟਰ ਗਰਗ ਨੇ ਪੰਜਾਬ ਜਦੋਂ ਜੌਬ ਦੇ ਵਿੱਚ ਸੀ, ਉਹਨਾਂ ਨੇ ਪੰਜਾਬ ਸਰਕਾਰ ਦੇ ਵਿੱਚ ਕੈਂਸਰ ਦਾ ਸਰਵੇ ਕਰਵਾਇਆ ਸੀ, ਤੇ ਉਹਦੇ ਵਿੱਚ ਸਰਵੇ ਵਿੱਚ ਸਭ ਤੋਂ ਵੱਧ ਕੈਂਸਰ ਦੇ ਮਰੀਜ਼ ਮੁਕਤਸਰ ਜ਼ਿਲ੍ਹੇ 'ਚ ਪਾਏ ਗਏ। ਤੇ ਮਤਲਬ ਉਸ ਦਾ ਕਾਰਨ ਮੁਕਤਸਰ, ਫਿਰੋਜ਼ਕੋਟ, ਫਿਰੋਜ਼ਪੁਰ ਜਿਹੜੀ ਆਪਣੀ ਸਾਊਥ ਵੈਸਟਰਨ ਜ਼ਿਲ੍ਹੇ ਆਪਣੇ ਪੰਜਾਬ ਦੇ, ਉੱਥੇ ਧਰਤੀ ਹੇਠਲਾ ਪਾਣੀ ਖਾਰਾ, ਉਹਨੂੰ ਆਪਾਂ ਸਿੰਜਾਈ ਤੇ ਪੀਣ ਖਾਤਰ ਨਹੀਂ ਵਰਤ ਸਕਦੇ। ਉੱਥੇ ਨਹਿਰਾਂ ਦਾ ਹੀ ਪਾਣੀ ਖੇਤਾਂ ਨੂੰ ਲੱਗਦਾ ਤੇ ਨਹਿਰਾਂ ਦਾ ਹੀ ਪਾਣੀ ਪੀਣ ਖਾਤਰ ਵਰਤਿਆ ਜਾਂਦਾ। ਉਹ ਜਦੋਂ ਜ਼ਹਿਰਾਂ ਵਾਲਾ ਪਾਣੀ ਲੁਧਿਆਣੇ ਤੋਂ ਜਾਂ ਏਦਾਂ ਵੇਈ ਦੇ ਵਿੱਚ ਪਿੱਛੋਂ ਜਾਂਦਾ ਜਾਂ ਪੋਲਿਊਟੈਂਟ ਪਾਏ ਜਾਂਦੇ ਆ, ਜਿਵੇਂ ਡਰੇਨਾਂ ਦੇ ਵਿੱਚ ਪਾਤਾ ਜਾਂਦਾ, ਤੇ ਉਹ ਮਤਲਬ ਵੀ ਉਹ ਜਦੋਂ ਪਾਣੀ ਜਾ ਕੇ ਉਹ ਖੇਤਾਂ ਦੇ ਵਿੱਚ ਲੱਗਦਾ, ਉੱਥੇ ਪੈਦਾ ਹੋਣ ਵਾਲੀ ਫਸਲ, ਸਬਜ਼ੀਆਂ ਉਹ ਵੀ ਜ਼ਹਿਰੀਲੀਆਂ, ਤੇ ਜਿਹੜਾ ਪਾਣੀ ਨਹਿਰਾਂ ਦੇ ਦੁਆਰਾ ਉਹਨਾਂ ਵੱਲੋਂ ਪੀਤਾ ਜਾਂਦਾ। ਜਿਹੜੇ ਹੁਣ RO ਦੇ ਫਿਲਟਰ ਲਾਏ ਗਏ ਸੀਗੇ ਬਾਦਲ ਸਰਕਾਰ ਵੱਲੋਂ, ਉਹ ਜਿਹੜੇ ਮੁੱਢਲੇ ਪੋਲਿਊਟੈਂਟ ਆ ਉਹਨਾਂ ਨੂੰ ਤਾਂ ਪਰੇ ਕਰ ਦਿੰਦੇ ਆ, ਪਰ ਜਿਹੜੇ ਇਦਾਂ ਦੇ ਖਤਰਨਾਕ ਪੋਲਿਊਟੈਂਟ ਹੁੰਦੇ ਆ ਉਹਨਾਂ ਨੂੰ ਉਹ ਫਿਲਟਰਾਂ ਨਾਲ ਨਹੀਂ ਸਾਫ਼ ਕੀਤਾ ਜਾ ਸਕਦਾ। ਆਪਾਂ ਨੂੰ ਦੇਖਣ ਨੂੰ ਪਾਣੀ ਇਦਾਂ ਦਾ ਗਲਾਸ ਵਿੱਚ ਬਿਲਕੁਲ ਸਾਫ਼ ਲੱਗੂਗਾ, ਪਰ ਉਹਦੇ ਵਿੱਚ ਬਹੁਤ ਖਤਰਨਾਕ ਪੋਲਿਊਟੈਂਟ ਹੋਣਗੇ। ਫੋਰ ਐਗਜ਼ਾਮਪਲ ਜਾਨੀ ਕਿ ਨਾ ਉਹ ਇੰਨੇ ਖਤਰਨਾਕ ਹੁੰਦੇ ਆ, ਪਾਰਟਸ ਪਰ ਟ੍ਰਿਲੀਅਨ, ਜਾਨੀ ਕਿ 1000 ਕਰੋੜ ਦੇ ਪਿੱਛੇ ਜੇ ਉਹ 10 ਜਾਂ 20 ਵੀ ਆ ਜਾਣ, ਮਤਲਬ ਵੀ ਤਾਂ ਉਹ ਬੰਦੇ ਖਾਤਰ ਘਾਤਕ ਆ।
ਇਦਾਂ ਹੀ ਹੁਣ ਜਿਵੇਂ ਮਤਲਬ ਆਪਣੇ ਤੁਸੀਂ ਗ੍ਰੀਨ ਟ੍ਰਿਬਿਊਨਲ ਦੀ ਗੱਲ ਕੀਤੀ, ਮੈਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਮੈਨੂਅਲ ਦੇਖ ਰਿਹਾ ਸੀ, ਫਿਰ ਮੈਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦਾ ਮੈਨੂਅਲ ਦੇਖਿਆ ਵੀ ਜਿਹਦੇ ਵਿੱਚ ਕਿਹੜੇ ਕਿਹੜੇ ਟੈਸਟ ਕੀਤੇ ਜਾਂਦੇ, ਉਹਨਾਂ ਦੀਆਂ ਕੀ ਜਿਹੜੇ ਪ੍ਰੋਸੀਜਰ ਲਿਖੇ ਹੋਏ ਆ। ਇੱਕ ਕੈਮੀਕਲ ਹੁੰਦਾ PFAS, ਪਰਫਲੋਰੋਅਲਕਾਈਲਸ, ਇਹ ਕੰਪਾਊਂਡ ਹੁੰਦੇ ਆ ਜਿਹੜੇ ਕਿ ਨਾ ਮਤਲਬ ਅੱਜ ਕੱਲ ਜਿਵੇਂ ਕੱਪੜੇ ਚੱਲਦੇ ਆ, ਜਿਵੇਂ ਵੀ ਜਿਹੜੇ ਸਟੇਨਲੈਸ ਕੱਪੜੇ ਹੋ ਗਏ, ਜਿਵੇਂ ਸੋਫੇ ਤੇ ਦਾਗ ਨਹੀਂ ਲੱਗਦਾ ਹੈਗਾ, ਆਪਣੇ ਕੱਪੜਿਆਂ ਨੂੰ ਅੱਗ ਨਹੀਂ ਲੱਗਦੀ, ਸੋ ਉਹਨਾਂ ਕੱਪੜਿਆਂ ਤੇ ਕੋਟਿੰਗ ਕੀਤੀ ਜਾਂਦੀ ਹੈ। ਜਿਹੜੇ ਨੌਨ ਸਟਿਕ ਭਾਂਡੇ ਹੋ ਗਏ ਜਾਂ ਲੇਡੀਜ਼ ਦੀਆਂ ਲਿਪਸਟਿਕ ਜਾਂ ਜਿਹੜੀਆਂ ਉਹ ਹੋ ਗਈਆਂ, ਉਹਨਾਂ ਦੇ ਵਿੱਚ ਪਾਇਆ ਜਾਂਦਾ ਇਹ ਕੈਮੀਕਲ। ਸੋ ਇਹ ਕੈਮੀਕਲ ਐਡਾ ਖਤਰਨਾਕ ਆ ਵੀ ਇਸ ਦੀ ਨਾ ਤਾਂ ਇਹ ਬਾਇਓਡੀਗ੍ਰੇਡੇਬਲ ਆ, ਇਹਨੂੰ ਜਾਨੀ ਕਿ ਕੁਦਰਤੀ ਰੂਪ ਨਾਲ ਖਤਮ ਨਹੀਂ ਕੀਤਾ ਜਾ ਸਕਦਾ। 1000 ਡਿਗਰੀ ਟੈਂਪਰੇਚਰ ਤੇ ਜਾ ਕੇ ਜੇ ਇਹਨੂੰ ਗਰਮ ਕਰਾਂਗੇ ਤਾਂ ਜਾ ਕੇ ਇਹ ਕੈਮੀਕਲ ਜਿਹੜਾ ਖਤਮ ਹੁੰਦਾ। ਸੋ ਪਰੰਤੂ ਮੈਂ ਗੱਲ ਚੱਲ ਰਿਹਾ ਸੀ ਗ੍ਰੀਨ ਟ੍ਰਿਬਿਊਨਲ ਦੀ, ਵੀ ਉਸ ਜਿਹੜਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਆ, ਉਹਦੇ ਵਿੱਚ ਇਹਨਾਂ ਕੈਮੀਕਲਸ ਨੂੰ ਟੈਸਟ ਕਰਨ ਦਾ ਪ੍ਰੋਸੀਜਰ ਹੀ ਨਹੀਂ ਹਲੇ ਭਾਰਤ ਸਰਕਾਰ ਨੇ ਤੈਅ ਕੀਤਾ। ਸੋ ਜਦੋਂ ਆਪਣੇ ਕੋਲੇ ਉਹਨੂੰ ਤੈਅ ਕਰਨ ਦਾ, ਚੈੱਕ ਕਰਨ ਦਾ ਪ੍ਰੋਸੀਜਰ ਹੀ ਨਹੀਂ ਹੈ, ਨਹੀਂ ਤਾਂ ਆਪਾਂ ਉਹਦੇ ਬਾਰੇ ਗੱਲ ਕਿੱਥੋਂ ਸੋਚ ਸਕਦੇ ਹਾਂ। ਸੋ ਗ੍ਰੀਨ ਟ੍ਰਿਬਿਊਨਲ ਇੱਕ ਕਿਸਮ ਦੀ ਜਾਨੀ ਕਿ ਆਪਾਂ ਵੀ ਅੱਖਾਂ ਪੂੰਝਣ ਵਾਲੀ ਗੱਲ ਆ। ਤੇ ਦੂਸਰੀ ਗੱਲ ਇਹ ਆ, ਸਖਤ ਦਾ ਸੱਤੀ ਵੀ ਹੀ ਸੌ। ਜਦ ਉਹ ਮੋਦੀ ਸਾਹਿਬ ਦੇ ਦਫ਼ਤਰ ਚੋਂ ਆ ਜਾਣਾ ਵੀ ਇਹ ਫੈਕਟਰੀ ਨੂੰ ਕੁਛ ਨਹੀਂ ਕਰਨਾ, ਜਿਵੇਂ ਹੁਣ ਇਸ ਜੀਰੇ ਵਾਲੀ ਫੈਕਟਰੀ ਖਾਤਰ ਫੋਨ ਹੀ ਦਿੱਲੀ ਤੋਂ ਆ ਗਿਆ, ਚਾਹੇ ਰਾਘਵ ਚੱਡਾ ਜਾਂ ਕੇਜਰੀਵਾਲ ਸਾਹਿਬ ਦਾ, ਵੀ ਇਹ ਤੇ ਭਗਵੰਤ ਮਾਨ ਸਰਕਾਰ ਕੋਈ ਐਕਸ਼ਨ ਨਹੀਂ ਲਊਗੀ, ਤੇ ਚੁੱਪ ਕਰਕੇ ਬੈਠੇ ਆ। ਮੈਂ ਲੋਕਾਂ ਤੋਂ ਸੁਣ ਰਿਹਾ ਸੀਗਾ ਵੀ ਜਿਹੜੇ ਲੋਕਲ ਜੀਰੇ ਦੇ MLA ਉਹ ਕਹਿੰਦੇ ਭਾਈ ਮੈਂ ਤੁਹਾਡੇ ਨਾਲ ਧਰਨੇ ਤੇ ਬਹਿਣਾ, ਮੇਰੇ ਤੋਂ ਦੱਸੋ ਕੀ ਕਰਾਉਣਾ, ਪਰ ਉਹਦੀ ਉੱਪਰਲੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰਾਂ ਇਹ ਪੈਸੇ ਲੈਂਦੀਆਂ ਧਨਾਡਾਂ ਤੋਂ, ਇਹਨਾਂ ਕਾਰਪੋਰੇਟਾਂ ਤੋਂ, ਤੇ ਉਹਦੇ ਨਾਲ ਇਲੈਕਸ਼ਨਾਂ ਲੜਦੀਆਂ, ਤੇ ਮੁੜ ਕੇ ਆਮ ਲੋਕਾਂ ਨੂੰ ਖਮਿਆਜਾ ਭੁਗਤਣਾ ਪੈਂਦਾ। ਜੀ ਸੁਖਵਿੰਦਰ ਜੀ। ਹਰਮਨ ਜੀ, ਅਗਲਾ ਸਵਾਲ ਜਿਹੜਾ ਖੇਤੀ ਮਸ਼ੀਨਰੀ ਨੂੰ ਲੈ ਕੇ ਆ, ਘਪਲੇ ਦੀ ਜਿਹੜੀ ਕਹਿੰਦੇ ਤਾਰ ਨੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜੁੜਦੇ ਨੇ, ਉਦੋਂ ਖੇਤੀ ਮੰਤਰੀ ਸੀਗੇ, ਪਰ ਇਹਨੂੰ ਲੈ ਕੇ ਬਹੁਤ ਸਵਾਲ ਖੜੇ ਹੁੰਦੇ ਕਿ ਪਹਿਲਾਂ ਘਪਲੇ ਦੇ ਅੰਕੜੇ ਕਿੰਨੇ ਦੱਸੇ ਜਾਂਦੇ ਸੀ ਤੇ ਹੁਣ ਜਿਹੜਾ ਉਹ 150 ਕਰੋੜ ਤੱਕ ਦੀ ਗੱਲ ਕੀਤੀ ਜਾ ਰਹੀ ਹੈ, ਇਹਦੀ ਅਸਲੀਅਤ ਕੀ ਆ? ਇਹ ਸੁਖਵਿੰਦਰ ਜੀ, ਮੈਂ ਨਾ ਕਿਉਂਕਿ ਦੇਖੋ ਮੇਰੇ ਨਾਲ ਦੇ ਬਹੁਤ ਸਾਰੇ ਮੇਰੇ ਦੋਸਤ ਜਾਂ ਮੇਰੇ ਨਾਲ ਪੜ੍ਹੇ ਹੋਏ ਇਸ ਖੇਤੀਬਾੜੀ ਮਹਿਕਮੇ ਦੇ ਵਿੱਚ ਜਾਨੀ ਕਿ ਕੰਮ ਕਰ ਰਹੇ ਆ, ਜਿਹੜੇ ਚੰਗੀਆਂ ਪੋਜੀਸ਼ਨਾਂ ਤੇ ਆ। ਉਸ ਤੋਂ ਬਾਅਦ ਜਿਹੜੇ ਮੇਰੇ ਸਟੂਡੈਂਟ ਆ, ਜਿਨ੍ਹਾਂ ਨੇ ਕਿਸੇ ਨੇ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਉਹਨਾਂ ਨੇ ਖੇਤੀਬਾੜੀ ਵਿਕਾਸ ਅਫਸਰ ਦੀ ਨੌਕਰੀ ਜੁਆਇਨ ਕੀਤੀ। ਸੋ ਮੈਂ ਸਾਰਿਆਂ ਤੋਂ ਇਹ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਵਿੱਚ ਹੋਇਆ ਕੀ ਆ ਬਈ, ਜਿਹੜੀਆਂ ਮਸ਼ੀਨਾਂ ਦੀ ਸੀਗੀ ਵੀ ਇਹ ਪਹਿਲਾਂ ਤਾਂ ਇਹ ਹੋਇਆ ਵੀ ਇਹ ਤੇ ਇੰਨੇ % ਸਬਸਿਡੀ ਹੋਊਗੀ। ਸੋ ਉਹਦੇ ਵਿੱਚ ਮੁੜ ਕੇ ਸੈਂਟਰ ਦੇ ਵਿੱਚੋਂ ਇਹ ਤੈਅ ਕਰਤਾ ਗਿਆ ਵੀ ਫਲਾਣੇ ਜਿਹੜੇ ਡੀਲਰ ਆ ਉਹਨਾਂ ਦੀਆਂ ਮਸ਼ੀਨਾਂ ਪਾਸ ਆ, ਤੁਸੀਂ ਉਹਨਾਂ ਤੋਂ ਹੀ ਖਰੀਦੋਗੇ ਤਾਂ ਹੀ ਤੁਹਾਨੂੰ ਸਬਸਿਡੀ ਮਿਲੂਗੀ। ਤੇ ਉਹਨਾਂ ਨੇ ਕੀ ਕੀਤਾ, ਜਿੰਨਾ ਸਬਸਿਡੀ ਦਾ ਪੈਸਾ ਸੀ ਵੀ ਜੇ ਅੱਗੇ ਮਸ਼ੀਨ ਉਹ 80,000 ਜਾਂ 90,000 ਦੀ ਸੀ ਤਾਂ ਉਹਨਾਂ ਨੇ 60,000 ਵਧਾ ਕੇ ਉਹ 1.5 ਲੱਖ ਦੀ ਕਰਤੀ। ਤੇ ਉਹਦੇ ਬਾਅਦ ਕੀ ਹੋਇਆ, ਇਹ ਮਸ਼ੀਨਾਂ ਜਿਹੜੀ ਕਿ ਜਦੋਂ ਦਿੱਤੀਆਂ ਗਈਆਂ ਤਾਂ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਜਾਂ ਮਹਿਕਮੇ ਦੇ ਅਫਸਰ ਸੀਗੇ, ਉਹਨਾਂ ਦੀ ਡਿਊਟੀ ਸੀ ਵੀ ਜਦੋਂ ਤੁਸੀਂ ਮਸ਼ੀਨ ਦੀ ਵੈਰੀਫਿਕੇਸ਼ਨ ਕਰਨੀ ਆ, ਤੁਸੀਂ ਪਿੰਡ ਦੇ ਵਿੱਚ ਜਾਣਾ, ਉੱਥੇ ਕਿਸਾਨ ਦੀ ਉੱਥੇ ਫੋਟੋ ਨਾਲ ਖੜ ਕੇ ਖਿੱਚਣੀ ਆ। ਉਹ ਸਾਰਾ ਕੁਝ ਪ੍ਰੋਸੈਸ ਕੀਤਾ ਗਿਆ। ਇਹ ਲਗਭਗ 1100 ਕਰੋੜ ਦਾ ਘਪਲਾ ਪਹਿਲਾਂ ਸ਼ੁਰੂ ਚ ਦੱਸਿਆ ਗਿਆ ਸੀ। ਤੇ ਉਸ ਤੋਂ ਬਾਅਦ ਕੀ ਹੋਇਆ ਵੀ ਕਿਤੇ ਮਤਲਬ ਹੁਣ ਦੁਆਰੇ ਜਿਹੜੀ ਲੇਟੈਸਟ ਰਿਪੋਰਟ ਆਈ ਹੈ ਉਹਦੇ ਵਿੱਚ ਕਿਹਾ ਵੀ 95% ਮਸ਼ੀਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋ ਗਈ, ਉਸੇ ਕਰਕੇ ਜਿਹੜਾ ਘਪਲਾ ਉਹ 1100 ਕਰੋੜ ਤੋਂ 150 ਕਰੋੜ ਤੱਕ ਆ ਗਿਆ। ਵੀ ਉਹ ਜਿਹੜੀਆਂ ਇੰਨੀਆਂ ਮਸ਼ੀਨਾਂ ਤਾਂ ਵਾਕਈ ਉੱਥੇ ਫੀਲਡ ਦੇ ਵਿੱਚ ਹੈਗੀਆਂ, ਪਰ ਜਿਹੜੀਆਂ 5-10% ਮਸ਼ੀਨਾਂ ਉਹ ਹਲੇ ਵੀ ਲੱਭ ਨਹੀਂ ਰਹੀਆਂ, ਵੀ ਜਿਹਨਾਂ ਨੂੰ ਵੇਚੀਆਂ ਗਈਆਂ ਉਹ ਦਿਖਾ ਨਹੀਂ ਸਕੇ ਵੀ ਮਸ਼ੀਨਾਂ ਹੈ ਕਿ ਨਹੀਂ ਹੈ। ਉਹ ਮੇਰੀ ਜਿਹੜੀ ਵਿਦਿਆਰਥੀਆਂ ਨਾਲ ਗੱਲ ਹੋਈ, ਜਿਹੜੇ ਨਵੇਂ ਆ, ਮਤਲਬ ਵੀ ਉੱਚੇ ਅਹੁਦਿਆਂ ਤੇ ਵੀ ਹੈਗੇ, ਕਿਉਂਕਿ ਉਹ 1 ਜਾਂ 2 ਬਲਾਕ ਦੇ ਵਿੱਚ ਘਪਲਾ ਕਰ ਸਕਦੇ ਆ, ਸਾਰੇ ਜ਼ਿਲ੍ਹੇ ਨੂੰ ਨਹੀਂ ਕਰ ਸਕਦੇ ਘਪਲਾ। ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਕਹਿੰਦੇ ਵੀ ਅਸੀਂ ਜਾ ਕੇ ਜਦੋਂ ਮਸ਼ੀਨ ਵੇਚ ਦਿੰਦੇ ਸੀਗੇ, ਉੱਥੇ ਵੈਰੀਫਿਕੇਸ਼ਨ ਕਰ ਲਈ, ਜਾ ਕੇ ਕਾਗਜ਼ ਦੇਖ ਲਏ, ਫੋਟੋ ਹੋ ਗਈ। ਉਸ ਤੋਂ ਬਾਅਦ ਜਿਹੜਾ ਵੇਚਣ ਵਾਲਾ ਸੀ ਤੇ ਜਿਹੜਾ ਕਿਸਾਨ ਸੀ ਆਪਸ ਦੇ ਵਿੱਚ ਮਿਲ ਕੇ, ਬਹੁਤੇ ਵੇਚਣ ਵਾਲਿਆਂ ਨੇ ਕੀਤੀਆਂ, ਡੀਲਰਾਂ ਨੇ, ਵੀ ਕਿਸਾਨ ਨੂੰ ਕਿਹਾ ਚੱਕ 20,000 ਰੁਪਇਆ ਤੇਰਾ, ਮਸ਼ੀਨ ਚੱਕੀ, ਉੱਥੋਂ ਲੈ ਕੇ ਆ ਗਏ, ਫਿਰ ਅਗਲੇ ਦੇ ਰੱਖਤੀ, ਵੈਰੀਫਿਕੇਸ਼ਨ ਕਰਾਤੀ। ਸੋ ਇਸ ਤਰ੍ਹਾਂ ਨਾਲ ਇੱਕੇ ਮਸ਼ੀਨ ਨੂੰ 10 ਥਾਵਾਂ ਤੇ ਦਿਖਾਤਾ ਗਿਆ। ਸੋ ਉਸ ਤਰ੍ਹਾਂ ਦੇ ਨਾਲ ਇਹਦੇ ਵਿੱਚ ਜਿਹੜੀ ਘਪਲਾ ਹੋਇਆ, ਵੱਡੇ ਲੈਵਲ ਤੇ ਹੋਇਆ। ਕੈਪਟਨ ਅਮਰਿੰਦਰ ਸਿੰਘ ਇਹਦੇ ਖਾਤਰ ਜ਼ਿੰਮੇਵਾਰ ਹੈ, ਕਿਉਂਕਿ ਉਹ ਖੇਤੀਬਾੜੀ ਮੰਤਰੀ ਸੀ। ਵੱਡੇ ਲੈਵਲ ਤੋਂ ਕਿਉਂਕਿ 3 ਜ਼ਿਲ੍ਹਿਆਂ ਦੇ ਵਿੱਚ ਬਹੁਤੀਆਂ ਮਸ਼ੀਨਾਂ ਨਹੀਂ ਇਹ ਲੱਭ ਰਹੀਆਂ। ਸੋ ਮਤਲਬ ਉੱਥੇ ਦੇ ਜਿਹੜੇ ਅਧਿਕਾਰੀ ਆ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ। ਮੈਨੂੰ ਇੱਥੇ ਕਹਿੰਦੇ ਕੋਈ ਸੰਗ ਨਹੀਂ ਆਉਂਦੀ ਸੁਖਵਿੰਦਰ ਜੀ, ਚਾਹੇ ਮੇਰੇ ਆਪਣੇ ਨਾਲ ਦੇ ਬਹੁਤ ਹੈਗੇ ਮਹਿਕਮੇ ਦੇ ਵਿੱਚ, ਜਿਵੇਂ ਬੀਜਾਂ ਦੀ ਗੱਲ ਕਰ ਲਓ, ਦਵਾਈਆਂ ਦੀ ਗੱਲ ਕਰ ਲਓ, ਮਸ਼ੀਨਾਂ ਦੀ ਗੱਲ ਕਰ ਲਓ, ਹਰ ਚੀਜ਼ ਦੇ ਵਿੱਚ ਘਪਲਾ। ਜੇ ਲਾਇਸੈਂਸ ਲੈਣਾ ਦੁਕਾਨ ਦਾ, ਉਹਦੇ ਵਿੱਚ ਵੀ ਘਪਲਾ। ਪਰੰਤੂ ਗੱਲ ਹੈਗੀ ਆ ਇਹ ਵੀ ਸਰਕਾਰ ਕਰਪਸ਼ਨ ਦੇ ਕੇਸ ਦਰਜ ਕਰ ਰਹੀ ਆ, ਕਿੰਨੇ ਹੀ ਕਰਤੇ, ਵੱਖ-ਵੱਖ ਮਹਿਕਮਿਆਂ 'ਚ ਕਰਤੇ, ਪਰ ਕੀ ਸਰਕਾਰ ਨੇ ਹਾਲੇ ਤੱਕ ਕੋਈ ਵੀ ਨਵੀਂ ਨੀਤੀ ਲੈ ਕੇ ਆਂਦੀ? ਵੱਡੀ ਗੱਲ ਤਾਂ ਇਹ ਆ ਵੀ ਇਹ ਚੰਗੀ ਨੀਤ ਨਾਲ ਨੀਤੀ ਬਣਾਈ। ਇਹਨਾਂ ਨੇ ਕੋਈ ਨੀਤੀ ਚੰਗੀ ਨੀਤ ਇੱਥੋਂ ਪਤਾ ਲੱਗਣੀ ਸੀ ਵੀ ਇਹ ਚੰਗੇ ਜਿਹੜੇ
ਸੁਹਿਰਦ ਬੰਦੇ ਆ, ਸੁਹਿਰਦ ਵਿਗਿਆਨੀ ਹੁੰਦੇ, ਸੁਹਿਰਦ ਸਮਾਜ ਸ਼ਾਸਤਰੀ ਹੁੰਦੇ, ਜਾਂ ਮਤਲਬ ਜਥੇਬੰਦੀਆਂ ਦੇ ਲੀਡਰਾਂ ਨੂੰ ਖੇਤੀਬਾੜੀ ਦੇ ਵਿੱਚ ਫੋਰ ਐਗਜ਼ਾਮਪਲ ਗੱਲ ਕਰਦੇ ਆ, ਉਹਨਾਂ ਨੂੰ ਸੱਦਦੇ, ਉਹਨਾਂ ਦੀ ਮੀਟਿੰਗ ਲੈਂਦੇ, ਉਹਨਾਂ ਤੋਂ ਸੁਝਾਅ ਲੈਂਦੇ ਤੇ ਉਹਦੇ ਆਧਾਰ ਤੇ ਕੋਈ ਖੇਤੀ ਨੀਤੀ ਬਣਾਈ ਜਾਂਦੀ, ਚਾਹੇ ਫਸਲੀ ਵਿਭਿੰਨਤਾ ਦੀ ਹੁੰਦੀ। ਕਿਉਂਕਿ ਜਿੰਨੀ ਵੀ ਇਹ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ, ਜਿੰਨੀਆਂ ਵੀ ਮਸ਼ੀਨਾਂ 1000 ਕਰੋੜ ਦੀਆਂ, ਚਾਹੇ ਮੈਂ ਕਹਿੰਦਾ ਇਹ 'ਚ ਕੋਈ ਕਪੜਾ ਨਾ ਵੀ ਹੋਵੇ, ਪਰ ਇਹਨਾਂ ਨਾਲ ਇਹ ਸੋਚ ਕੇ ਦੇਖੋ ਪੰਜਾਬ ਦੀ ਖੇਤੀਬਾੜੀ ਨੂੰ ਕੋਈ ਫਾਇਦਾ ਹੋਇਆ? ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗਣੋਂ ਬੰਦ ਹੋਈ? ਕਿਉਂਕਿ ਇਹ ਗਲਤ ਨੀਤੀ ਬਣਾਈ ਗਈ ਸੀ। ਪੰਜਾਬ ਦੇ ਵਿੱਚ ਨੀਤੀ ਇਹ ਬਣਨੀ ਚਾਹੀਦੀ ਸੀ ਵੀ ਝੋਨੇ ਦੀ ਥਾਂ ਤੇ ਆਪਾਂ ਇਹੋ ਜਿਹਾ ਬਦਲ ਦਈਏ ਕਿਸਾਨਾਂ ਨੂੰ, ਤਾਂ ਕਿ ਉਹਨਾਂ ਨੂੰ ਵਿੱਤੀ ਘਾਟਾ ਵੀ ਨਾ ਪਵੇ, ਪੈਸੇ ਦਾ ਘਾਟਾ ਵੀ ਨਾ ਪਵੇ, ਤੇ ਆਪਾਂ ਝੋਨੇ ਤੋਂ ਖਹਿੜਾ ਵੀ ਛਡਾ ਲਈਏ। ਨਾ ਪਰਾਲੀ ਨੂੰ ਅੱਗ ਲਾਉਣ ਦਾ ਨੁਕਸਾਨ ਹੋਣਾ ਸੀ, ਨਾ ਆਪਾਂ ਨੂੰ ਹੋਰ ਪਾਣੀ ਬਚ ਜਾਣਾ ਸੀ ਪੰਜਾਬ ਦਾ, ਬਿਜਲੀ ਦਾ ਖਰਚਾ ਕਿੰਨਾ ਘਟ ਜਾਵੇ ਜੇ ਝੋਨੇ ਨੂੰ ਹੋਵੇ। ਜਿਵੇਂ ਫੋਰ ਐਗਜ਼ਾਮਪਲ ਮੈਂ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਹੋਵੇ, ਸਰਕਾਰ ਨੇ ਐਤਕੀ ਦੇ ਬਜਟ ਦੇ ਵਿੱਚ 7000 ਕਰੋੜ ਰੱਖਿਆ ਆਪਣਾ ਬਿਜਲੀ ਸਬਸਿਡੀ ਖੇਤੀ ਖਾਤਰ, ਤੇ ਉਹਦੇ ਵਿੱਚੋਂ ਜੇ ਮੋਟਾ ਜਿਹਾ ਹਿਸਾਬ ਲਾਵਾਂ 6000 ਕਰੋੜ ਰੁਪਇਆ ਝੋਨੇ ਦੀ ਜਿਹੜੀ ਸੀਜ਼ਨ ਦੌਰਾਨ ਬਿਜਲੀ ਦੇਣੀ ਆ ਉਹਦੇ ਖਾਤਰ ਵਰਤਿਆ ਜਾਣਾ। 450 ਕਰੋੜ ਇਹਨਾਂ ਨੇ ਰੱਖਿਆ ਆਪਣਾ ਪਰਾਲੀ ਨੂੰ ਨਾ ਸਾੜਨ ਲਈ, 200 ਕਰੋੜ ਰੱਖਿਆ ਇਹਨਾਂ ਨੇ ਏਦਾਂ ਹੀ ਡਾਇਰੈਕਟ ਸੀਡਿੰਗ ਲਈ ਜਾਂ ਹੋਰ ਲਈ। ਜਿਹੜੀ 66-6700 ਕਰੋੜ ਰੁਪਇਆ ਜਿਹੜਾ ਝੋਨੇ ਨੂੰ ਪੈਦਾ ਕਰਨ ਤੇ ਝੋਨੇ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਰੱਖਿਆ ਗਿਆ, ਕਿਉਂ ਨਾ ਉਹ ਪੈਸਾ ਕਿਸੇ ਡਿਵਰਸੀਫਿਕੇਸ਼ਨ ਖਾਤਰ ਕੋਈ ਨੀਤੀ ਬਣਾ ਕੇ ਉਹਦੇ ਲਈ ਵਰਤਿਆ ਜਾਵੇ। ਸੋ ਗੱਲ ਹੈ ਵੀ ਜਦ ਤੱਕ ਨੀਤੀ ਨਹੀਂ ਬਣਦੀ ਉਦੋਂ ਤੱਕ ਇਹ ਕੁਝ ਨਹੀਂ ਹੋ ਸਕਦਾ, ਘਪਲੇ ਹੁੰਦੇ ਰਹਿਣਗੇ। ਇਹਨਾਂ ਨੂੰ ਚਾਹੀਦਾ ਤਾਂ ਇਹ ਹੈ ਵੀ ਗਾਹਾਂ ਖਾਤਰ ਕੰਮ ਸਹੀ ਕਿਵੇਂ ਹੋਣ। ਜੇ ਇਹ ਪੁਰਾਣੇ ਆਪਣੇ ਜਿਵੇਂ ਕਹਿੰਦੇ ਗੜੇ ਮੁਰਦੇ ਪੱਟੀ ਜਾਣਗੇ ਤਾਂ ਉਹਦੇ ਚ ਉਲਝ ਕੇ ਰਹਿ ਜਾਣਗੇ, ਨਵਾਂ ਇਹਨਾਂ ਤੋਂ ਕੁਝ ਨਹੀਂ ਹੋਣਾ। ਅਖਬਾਰਾਂ 'ਚ ਸੁਰਖੀਆਂ ਜ਼ਰੂਰ ਲੱਗ ਜਾਂਦੀਆਂ, ਅੱਜ ਜੀ CBI ਨੇ ਮਾਰਿਆ ਡਾਕਾ, ਜਿਵੇਂ ਹੁਣ ਮਨੀਸ਼ ਚੌਧਰੀ ਦੇ ਘਰੇ ਰੇਡ ਪੈ ਗਈ ਆ, ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ, ਪਰ ਉਹਦੇ ਨਾਲ ਨਾ ਕਿਸਾਨਾਂ ਨੂੰ, ਨਾ ਤਾਂ ਜਿਹੜਾ ਧਰਤੀ ਥੱਲੇ ਗੰਦਲਾ ਪਾਣੀ ਪੈ ਗਿਆ ਉਹ ਸਾਫ਼ ਹੋਣਾ, ਤੇ ਨਾ ਜਿਹੜੀ ਧੂਏ ਵਿੱਚ ਧੂਆਂ ਰਲ ਗਿਆ ਹਵਾ ਦੇ ਵਿੱਚ ਉਹ ਸਾਫ਼ ਹੋਣਾ। ਸੋ ਗੱਲ ਤਾਂ ਇਹ ਉਹ ਵੀ ਨੀਤੀ ਬਣਾ ਕੇ ਹੋਣਾ, ਤੇ ਨੀਤੀ ਬਣਾਉਣ ਲਈ ਚੰਗੀ ਨੀਤ ਦੀ ਲੋੜ ਹੈ, ਜਿਹੜੀ ਸਰਕਾਰ ਦੀ ਹਾਲੇ ਤੱਕ ਦਿਖ ਨਹੀਂ ਰਹੀ। ਜੀ ਸੁਖਵਿੰਦਰ ਜੀ, ਜਦੋਂ ਤੱਕ ਸਵਾਲ ਖੇਤੀਬਾੜੀ ਯੂਨੀਵਰਸਿਟੀ ਦਾ ਹੈ, ਮੈਂ ਜ਼ਿਕਰ ਕਰ ਰਿਹਾ ਸੀ ਸ਼ੁਰੂ 'ਚ, ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਕਿ ਅਸੀਂ ਖੇਤੀ ਨੂੰ ਲਾਹੇਵੰਦ ਬਣਾਉਣਾ ਆ। ਖੇਤੀ ਮੰਤਰੀ ਖੇਤੀ ਨੀਤੀ ਨੂੰ ਲੈ ਕੇ ਵੀ ਸਵਾਲ ਬੜੇ ਉੱਠਦੇ ਨੇ ਕਿ ਕਦੋਂ ਬਣਾਓਗੇ, ਹੁਣ ਤਾਂ 5 ਮਹੀਨੇ ਬੀਤ ਗਏ। ਪਰ ਜਿਹੜਾ ਹਾਲ ਖੇਤੀਬਾੜੀ ਯੂਨੀਵਰਸਿਟੀ ਦਾ ਆ, ਉਹ ਤੋਂ ਦੇਖ ਕੇ ਪਤਾ ਲੱਗਦਾ ਹੈ ਕਿ ਸੂਬੇ ਦੀ ਖੇਤੀ ਆਧਾਰਿਤ ਜਿਹੜੀ ਸਰਕਾਰ ਦੀ ਨੀਤੀ ਹੈ ਉਹ ਕਿਸ ਤਰ੍ਹਾਂ ਦੀ ਹੋ ਸਕਦੀ ਹੈ, ਜੇ ਆਏਗੀ ਵੀ। ਜੀ ਬਿਲਕੁਲ ਸੁਖਵਿੰਦਰ ਜੀ, ਮੈਂ ਨਾ ਥੋੜਾ ਪਿੱਛੇ ਜਾਣਾ, ਇਹ ਸਰਕਾਰ ਤੋਂ ਪਹਿਲਾਂ ਦੀ ਗੱਲ ਸ਼ੁਰੂ ਕਰਦਾ। PAU ਦੇ ਵਿੱਚ ਜੂਨ 2011 ਤੋਂ ਲੈ ਕੇ ਜੂਨ 2021 ਤੱਕ ਡਾਕਟਰ ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਰਹੇ। ਸੋ ਮਤਲਬ ਇੱਕ ਬੰਦੇ ਨੇ 10 ਸਾਲ ਉੱਥੇ ਰਾਜ ਕੀਤਾ, ਕਿ 10 ਸਾਲ 'ਚ ਪੰਜਾਬ ਦੀ ਖੇਤੀ 'ਚ ਕੋਈ ਤਬਦੀਲੀ ਹੋਈ? ਜੇ ਕੋਈ ਨਹੀਂ, ਉਹਦੇ ਇਹ 4-4 ਸਾਲ ਦੀ ਟਰਮ ਹੁੰਦੀ ਆ, ਪਹਿਲਾਂ ਉਹਨਾਂ ਨੂੰ 4 ਸਾਲ ਲਈ ਲਿਆ ਗਿਆ, ਫਿਰ 4 ਸਾਲਾਂ ਲਈ ਫੇਰ ਲਾਤਾ ਗਿਆ, 2 ਸਾਲ ਲਈ ਫੇਰ ਵਧਾਤਾ ਗਿਆ। ਜੇ ਪਹਿਲੇ 4 ਸਾਲ ਦੇ ਵਿੱਚੋਂ ਕੋਈ ਵਧੀਆ ਕੰਮ ਕਰਕੇ ਨਹੀਂ ਦਿਖਾ ਸਕੇ, ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਸੀ। ਚੱਲ ਜੇ 4 ਦੇ ਤੇ 8 ਹੋਰ, ਇਹ ਵੀ ਜਿਹੜਾ ਹੁਣ ਐਤਕੀ ਵੀ ਹੋਇਆ, ਮਤਲਬ ਉਹਨਾਂ ਨੂੰ ਐਕਸਟੈਂਸ਼ਨ ਦੇਣ ਦੀ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਤਿਆਰੀ ਸੀ। ਉਹ ਤਾਂ ਲੋਕਲ MLA ਲੜ ਪਏ ਉੱਥੇ। ਹੁਣ ਮੈਂ ਤੁਹਾਨੂੰ ਉਹਦਾ ਵੀ ਕਾਰਨ ਦੱਸ ਰਿਹਾ ਵੀ ਕਿਉਂ ਲੋਕਲ MLA ਲੜਨਾ ਪਿਆ। ਡਾਕਟਰ ਬਲਦੇਵ ਸਿੰਘ ਢਿੱਲੋਂ ਦੇ ਕਾਰਜਕਾਲ ਦੇ ਵਿੱਚ 315 ਅਸਿਸਟੈਂਟ ਪ੍ਰੋਫੈਸਰ ਭਰਤੀ ਕੀਤੇ ਗਏ, ਤੇ ਜਿਨ੍ਹਾਂ ਦੇ ਵਿੱਚੋਂ ਲਗਭਗ 175 ਇਹੋ ਜਿਹੇ ਸੀ ਵੀ ਜਿਨ੍ਹਾਂ ਨੇ ਇੱਕ ਅੱਧੀ ਡਿਗਰੀ PhD ਤੋਂ ਕੀਤੀ ਸੀ, ਉਹ ਨਾਨ ਪੰਜਾਬੀ ਆ। ਕੋਈ ਹਿਮਾਚਲ ਚੋਂ ਆ ਗਿਆ, ਕੋਈ ਰਾਜਸਥਾਨ ਚੋਂ ਆ ਗਿਆ, ਕੋਈ ਦਿੱਲੀ ਤੋਂ ਆ ਗਿਆ, ਕੋਈ ਬਿਹਾਰ ਤੋਂ ਆ ਗਿਆ। 318 ਦੇ ਵਿੱਚੋਂ ਲਗਭਗ 175 ਪੰਜਾਬੀ ਨੂੰ ਛੱਡ ਕੇ ਬਾਹਰਲੇ ਸਟੇਟਾਂ ਦੇ ਸਾਇੰਸਦਾਨਾਂ ਨੂੰ ਨੌਕਰੀ ਦਿੱਤੀ ਗਈ। ਮੈਂ ਇਹ ਨਹੀਂ ਕਹਿੰਦਾ ਵੀ ਬਾਹਰ ਆਪਾਂ ਨੂੰ, ਮੈਂ ਜਾਣੀ ਕਦੇ ਵਿਤਕਰਾ ਨਹੀਂ ਕਰਦਾ ਪੰਜਾਬ ਤੇ ਬਾਹਰਲਿਆਂ ਲਈ, ਪਰ ਗੱਲ ਕੀ ਹੈ ਵੀ ਕੀ ਉਹ ਤੁਸੀਂ ਬਹੁਤ ਸਿਰ ਕੱਢ ਵਿਗਿਆਨੀ ਲੈ ਕੇ ਆਂਦੇ? ਉਹਨਾਂ ਦੇ ਵਿੱਚੋਂ 70-80 ਤਾਂ ਇਹੋ ਜਿਹੇ ਵੀ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਹੁਣ ਖੇਤੀ ਵਿਗਿਆਨੀਆਂ ਦਾ ਕੰਮ ਕੀ ਆ? ਉਹਨਾਂ ਨੇ ਜ਼ਿਮੀਂਦਾਰ ਨਾਲ ਗੱਲ ਕਰਨੀ ਆ, ਜ਼ਿਮੀਂਦਾਰ ਨਾਲ ਗੱਲ ਕਰਕੇ ਉਹ ਤੋਂ ਮੁਸ਼ਕਲ ਸਮਝਣੀ ਆ, ਤੇ ਉਹ ਮੁਸ਼ਕਲ ਸਮਝ ਕੇ ਉੱਤੇ ਖੇਤੀ ਖੋਜ ਹੋਊਗੀ, ਮੁੜ ਕੇ ਉਹ ਜਿਹੜੀ ਨਵੀਂ ਖੋਜ ਹੋਊਗੀ ਉਹ ਫਿਰ ਜ਼ਿਮੀਂਦਾਰ ਨੂੰ ਦੁਬਾਰੇ ਦੱਸਣੀ ਆ। ਮਤਲਬ ਮੈਂ ਤੁਹਾਨੂੰ ਇੱਕ ਮਜ਼ਾਕ ਦੀ ਗੱਲ ਸੁਣਾਉਣਾ। ਏਦਾਂ ਦਾ ਇੱਕ ਵਿਗਿਆਨੀ ਜਿਹੜਾ ਡਾਕਟਰ ਢਿੱਲੋਂ ਵੱਲੋਂ ਭਰਤੀ ਕੀਤਾ ਗਿਆ, ਉੱਥੇ ਨਾ ਯੂਨੀਵਰਸਿਟੀ 'ਚ ਇੱਕ ਬੀਜ ਵਿਕਰੀ ਕੇਂਦਰ ਆ ਜੀ, ਆਪਣਾ ਜਿਹੜੀ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਪਰ ਹੀ ਖੁੱਲਿਆ ਗਿਆ। ਉੱਥੇ ਕੋਈ ਬੈਠਾ ਸੀ ਵਿਗਿਆਨੀ, ਬਾਹਰਲੇ ਸੂਬੇ ਤੋਂ ਆਇਆ ਹੋਇਆ। ਉੱਥੇ ਮੇਰੇ ਵਰਗਾ ਕੋਈ ਗਿਆ ਜ਼ਿਮੀਂਦਾਰ ਭਰਾ, ਉਹ ਕਹਿੰਦਾ ਜੀ ਮੈਨੂੰ ਜੀਰੀ ਦਾ ਬੀਜ ਚਾਹੀਦਾ, ਤੇ ਉਹਨੇ ਜੀਰੀ ਕਦੇ ਸੁਣਿਆ ਨਹੀਂ ਸੀਗਾ, ਧਾਨ ਧੂਨ ਪਤਾ ਹੋਊਗਾ। ਉਹਨੇ ਉੱਥੋਂ ਜੀ ਮਾਈਨਰ ਕ੍ਰੌਪਸ ਵਾਲਿਆਂ ਨੂੰ ਫੋਨ ਮਿਲਾਤਾ, ਕਹਿੰਦਾ ਵੀ ਇਹ ਕੋਈ ਜੀਰੇ ਦਾ ਬੀਜ ਲੈਣ ਆਇਆ, ਇਹਨਾਂ ਨੂੰ ਜੀਰੇ ਦਾ ਬੀਜ ਦੱਸੋ ਕਿਹੜਾ ਮਿਲ ਸਕਦਾ। ਸੋ ਮਤਲਬ ਏਦਾਂ ਦੇ ਜਿਹੜੀ ਚੁਟਕਲੇ ਬਣ ਜਾਂਦੇ ਆ ਇਹਨਾਂ ਗੱਲਾਂ ਤੇ। ਸੋ ਇੱਕ ਤਾਂ ਇਹ ਗੱਲ ਹੋ ਗਈ। ਉਸ ਤੋਂ ਬਾਅਦ ਜਿਹੜੀ ਕਿ ਯੂਨੀਵਰਸਿਟੀ ਕਰ ਕੀ ਰਹੀ ਆ, ਯੂਨੀਵਰਸਿਟੀ ਨੂੰ ਪਿੱਛੇ ਜਿਹੇ ਇੱਕ ਅਵਾਰਡ ਮਿਲਿਆ ਆਪਣਾ ਬੈਸਟ ਅਵਾਰਡ ਫॉर ਐਕਸੀਲੈਂਸ ਇਨ ਐਗਰੀ ਫੂਡ ਬਿਜ਼ਨਸ ਇਨਕੂਬੇਟਰਸ ਐਗਰੀ ਫੂਡ ਇੰਡੀਆ ਅਵਾਰਡ 2021।
ਇਹਦੇ ਵਿੱਚ ਇਹ ਵੀ PAU ਨੇ ਬਹੁਤ ਕੰਮ ਕੀਤਾ ਵੀ ਇੱਥੇ ਨਵੇਂ ਆਪਣੇ ਕਿਸਾਨਾਂ ਦੇ ਨਵੇਂ ਕੰਮ ਸ਼ੁਰੂ ਕਰਾਤੇ। ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਕੋਈ ਡਿਵਰਸੀਫਿਕੇਸ਼ਨ ਜਾਂ ਫੂਡ ਪ੍ਰੋਸੈਸਿੰਗ ਦਾ ਕੋਈ ਕੰਮ ਸ਼ੁਰੂ ਕੀਤਾ ਗਿਆ? PAU ਕਰ ਕੀ ਰਹੀ ਹੈ? MOU ਸਾਈਨ ਕਰ ਰਹੀ ਆ, ਗੰਨੇ ਦੇ ਜੂਸ ਨੂੰ ਪੈਕ ਕਰਕੇ ਵੇਚਣ ਲਈ MOU ਕੀਤਾ। ਸੋ ਮਤਲਬ ਜਾਣੀ ਕਿ ਨਾ ਕਾਗਜ਼ਾਂ ਦਾ ਢਿੱਡ ਭਰ ਕੇ ਤਰੱਕੀਆਂ ਲੈਣ ਵਾਲਾ ਕੰਮ ਕੀਤਾ ਜਾ ਰਿਹਾ। ਜਿਹੜੀ ਰਿਸਰਚ ਵੀ ਹੋ ਰਹੀ ਆ, ਮਤਲਬ ਵੀ ਉੱਥੇ ਦੇ ਵਿਗਿਆਨੀਆਂ ਤੇ ਅੱਗੇ ਜਾਣੀ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਕਦੇ ਡੰਡਾ ਨਹੀਂ ਹੁੰਦਾ ਸੀ ਵੀ ਵਿਗਿਆਨੀ ਆਪਣਾ ਕੰਮ ਕਰਦੇ ਸੀ ਸਹੀ ਤਨਦੇਹੀ ਦੇ ਨਾਲ। ਜਦੋਂ ਪੜ੍ਹਦੇ ਦੀ ਗੱਲ ਕਰਦਾ ਮੈਂ, ਜਾਣੀ ਕਿ ਮਤਲਬ 2000 ਤੋਂ ਪਹਿਲਾਂ ਦੀ, ਤਾਂ ਉਹ ਆਪਣਾ ਕੰਮ ਕਰਦੇ ਸੀ, ਪਰ ਉਹਨਾਂ ਨੂੰ ਇਹ ਨਹੀਂ ਹੁੰਦਾ ਸੀ ਵੀ ਸਾਲ 'ਚ ਤੁਸੀਂ 3 ਪੇਪਰ ਜਾਂ 2 ਲਿਖਣੇ ਹੀ ਲਿਖਣੇ ਆ। ਉਹ ਆਪਣਾ ਕੰਮ ਕਰਦੇ ਸੀ। ਕਿਸੇ ਕੋਲ 4 ਸਾਲ ਬਾਅਦ ਕੋਈ ਵਧੀਆ ਰਿਸਰਚ ਨਿਕਲ ਕੇ ਆ ਜਾਂਦੀ ਸੀ, ਕਿਸੇ ਨੂੰ 10 ਸਾਲ ਵੀ ਲੱਗ ਜਾਂਦੇ ਸੀ ਤੇ ਕੋਈ ਸਾਲ ਦੇ ਵਿੱਚ ਵੀ ਕਾਮਯਾਬ ਹੋ ਜਾਂਦਾ ਸੀ। ਪਰੰਤੂ ਇਹ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਡੰਡਾ ਚੜਾ ਕੇ ਵੀ ਤੁਸੀਂ ਸਾਲ ਦੇ 2 ਪੇਪਰ ਲਿਖਣੇ ਹੀ ਲਿਖਣੇ ਆ, ਤੁਹਾਡੇ ਇੰਨੇ MOU ਹੋਣੇ ਹੀ ਚਾਹੀਦੇ ਆ। ਉਹਦੇ ਨਾਲ ਕੀ ਹੋਇਆ, ਸਾਰਾ ਜਾਲੀ ਕੰਮ ਫੈਲ ਗਿਆ। ਉਹ ਵਿਗਿਆਨੀਆਂ ਨੂੰ ਪੇਪਰ ਲਿਖਣ ਦੇ ਖਾਤਰ ਮਤਲਬ ਵੀ ਜਾਨੀ ਮੈਂ ਕਹਿ ਸਕਦਾ ਵੀ ਫਟਾਫਟ ਇੱਧਰੋਂ ਉੱਧਰੋਂ ਕਰਕੇ ਉਹਨਾਂ ਨੇ ਪੇਪਰ ਲਿਖ ਕੇ ਉਹਨਾਂ ਦੀ ਗਿਣਤੀ ਵਧਾਈ ਤਾਂ ਕਿ ਉਹਨਾਂ ਦੀ ਜਿਹੜੀ ਤਰੱਕੀ ਨਾ ਰੁਕੇ। ਸੋ ਮਤਲਬ ਬਹੁਤ ਹੀ ਨੁਕਸਾਨ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਬਈ PAU ਨੂੰ ਚਾਹੀਦਾ ਤਾਂ ਇਹ ਸੀ, ਇਹਨਾਂ ਨੇ ਆਪਣੀ ਭਗਵੰਤ ਮਾਨ ਸਰਕਾਰ ਨੇ ਐਤਕੀ ਸਿੱਧੀ ਬਿਜਾਈ ਦੀਆਂ ਆਪਾਂ ਨੇ ਪੈਸੇ ਅਨਾਉਂਸ ਕੀਤੇ ਵੀ ਜਿਹੜੇ ਸਿੱਧੀ ਬਿਜਾਈ ਕਰਨਗੇ। ਜਦੋਂ ਇਹਦੀ ਰეკਮੈਂਡੇਸ਼ਨ ਦਿੱਤੀ ਗਈ ਉਦੋਂ ਕਰੋਨਾ ਕਾਲ ਸੀ, ਉਦੋਂ ਪੰਜਾਬ ਲਈ ਵਾਕਈ ਲੇਬਰ ਦੀ ਸ਼ਾਰਟ ਸੀ। ਆਪਾਂ ਨੂੰ ਕੋਈ ਨਵਾਂ ਢੰਗ ਝੋਨਾ ਲਾਉਣ ਲਈ ਲੱਭਣਾ ਚਾਹੀਦਾ ਸੀ। ਉਹਦੇ ਖਾਤਰ ਇਹਨਾਂ ਨੇ ਮਸ਼ੀਨ ਦੀ ਸਿਫਾਰਿਸ਼ ਕਰਤੀ, ਠੀਕ ਸੀ ਉਸ ਹੱਦ ਤੱਕ, ਪਰ ਨਾਲ ਇਹਨਾਂ ਨੇ ਬਹੁਤ ਵੱਡਾ ਝੂਠ ਬੋਲਿਆ ਕਿ ਇਹਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ 10 ਤੋਂ 15%, ਜਦ ਕਿ ਉਹਦੇ ਲਈ ਕੋਈ ਵੀ ਵਿਗਿਆਨਿਕ ਡਾਟਾ ਨਹੀਂ ਇਕੱਠਾ ਕੀਤਾ ਗਿਆ। ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਟਰਾਇਲ ਕਰਾ ਕੇ ਉੱਥੋਂ ਪੁੱਛ ਲਿਆ ਗਿਆ ਵੀ ਤੁਸੀਂ ਕਿੰਨੇ ਪਾਣੀ ਲਾਏ, ਤੇ ਮਤਲਬ ਜਦ ਦੀ ਇਹਦੇ ਲਈ ਵਿਗਿਆਨਿਕ ਢੰਗ ਨਾਲ ਉਹਦੇ ਖਾਤਰ ਜਿੱਥੋਂ ਪਾਣੀ ਲੱਗਦਾ ਉਹਦੇ ਖਾਤਰ ਫਲੋ ਮੀਟਰ ਲੱਗਣਾ ਚਾਹੀਦਾ ਸੀ, ਲਾਈਸੀ ਮੀਟਰ ਲੱਗਣੇ ਚਾਹੀਦੇ ਸੀ, ਧਰਤੀ ਵਿੱਚ ਜਾ ਕੇ ਪਾਣੀ ਖੱਬੇ ਸੱਜੇ ਕਿੱਧਰ ਗਿਆ, ਉਹਦੇ ਵਿੱਚੋਂ ਕਿੰਨਾ ਵਾਸ਼ਪੀਕਰਨ ਹੋਇਆ ਜਾਂ ਉਹ ਸਾਰਾ ਕੁਝ ਅਜਿਹਾ ਕੁਝ ਨਹੀਂ ਕੀਤਾ ਗਿਆ ਤੇ ਵੱਡਾ ਸਾਰਾ ਝੂਠ ਬੋਲ ਕੇ 10 ਤੋਂ 15% ਪਾਣੀ ਬਚ ਗਿਆ ਜੀ। ਸੋ ਮਤਲਬ ਜੇ ਮੈਂ ਕਹਾਂ ਵੀ ਪਿਛਲੇ 10 ਸਾਲ 'ਚ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਜਿੱਥੇ ਤਾਂ 175 ਜਿਹੜੇ ਸਾਇੰਸਦਾਨ ਭਰਤੀ ਕੀਤੇ ਉਹਦੇ ਤੇ ਰੌਲਾ ਪੈ ਰਿਹਾ, ਉੱਥੇ ਵਿਦਿਆਰਥੀ ਜਿਹੜੇ ਅੱਜ ਦੇ ਧਰਨੇ ਤੇ ਹੀ ਬੈਠੇ ਆ। ਪਰੰਤੂ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਵੀ ਖੇਤੀ ਪੰਜਾਬ ਦੀ ਨੂੰ ਕੋਈ ਵੀ ਨਵੀਂ ਸੇਧ ਨਹੀਂ ਦਿੱਤੀ। ਯੂਨੀਵਰਸਿਟੀ ਨੂੰ ਅਵਾਰਡ ਚਾਹੇ ਮਿਲ ਗਏ, ਪਰੰਤੂ ਅਵਾਰਡ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਸਰਕਾਰੀ ਦਰਬਾਰੇ ਦੀ ਹਾਂ ਬੋਲਦਾ, ਦਰਬਾਰੀ ਬੰਦਿਆਂ ਨੂੰ ਅਵਾਰਡ ਮਿਲਦੇ ਆ, ਚਾਹੇ ਕੋਈ ਵੀ ਅਵਾਰਡ ਹੋਵੇ, ਚਾਹੇ ਪਦਮ ਭੂਸ਼ਣ ਹੋਣ ਜਾਂ ਥੱਲੇ ਵਾਲੇ ਹੋਣ, ਵੀ ਜਿਹੜਾ ਸਰਕਾਰ ਦੀ ਹਾਂ ਦੇ ਵਿੱਚ ਹਾਂ ਮਿਲਾਊਗਾ ਉਸੇ ਨੂੰ ਹੀ ਹੋਊਗਾ। ਹੁਣ ਦੇਖ ਲਓ ਤੁਸੀਂ ਬਈ ਪਿਛਲੇ ਜੂਨ 21 ਤੋਂ ਲੈ ਕੇ ਅੱਜ ਤੱਕ PAU ਨੂੰ ਰੈਗੂਲਰ ਵਾਈਸ ਚਾਂਸਲਰ ਨਹੀਂ ਮਿਲਿਆ। ਤੋ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਪੁਰਾਣੀਆਂ ਸਰਕਾਰਾਂ ਨੇ ਤਾਂ ਜਿਹੜਾ ਕੀਤਾ ਹੀ ਕੀਤਾ, ਇਹ ਸਰਕਾਰ ਨੂੰ ਵੀ 5 ਮਹੀਨੇ ਆਈ ਨੂੰ ਹੋ ਗਏ। ਇਹਨਾਂ ਕੋਲੇ ਇੰਨਾ ਟਾਈਮ ਨਹੀਂ ਲੱਗਿਆ ਵੀ ਇਹ PAU ਦੇ ਵਿੱਚ ਵਾਈਸ ਚਾਂਸਲਰ ਲਾ ਸਕਣ। ਇਹਨਾਂ ਨੇ ਜਿਹੜੇ IAS ਆਫੀਸਰ ਆ ਉਹਨਾਂ ਕੋਲੇ ਚਾਰਜ ਰਹਿ ਚੁੱਕਿਆ ਤੇ ਹੁਣ ਇਹਨਾਂ ਨੇ ਸਰਬਜੀਤ ਸਿੰਘ ਨੂੰ ਦਿੱਤਾ ਹੋਇਆ ਚਾਰਜ ਮਈ ਤੋਂ। ਪਰੰਤੂ ਜੇ ਸਰਬਜੀਤ ਸਿੰਘ ਨੂੰ ਮਈ ਦੇ ਵਿੱਚ ਨਵਾਂ IAS ਆਫੀਸਰ ਨੂੰ ਚਾਰਜ ਦਿੱਤਾ ਗਿਆ, ਉਦੋਂ ਪਹਿਲਾਂ ਅਨੁਰਿਧ ਤਿਵਾੜੀ ਰਹੇ ਆ ਜੁਲਾਈ ਤੋਂ 21 ਤੋਂ ਲੈ ਕੇ 10ਵੇਂ ਮਹੀਨੇ 21 ਤੱਕ, ਉਹ ਤੋਂ ਬਾਅਦ DK ਤਿਵਾੜੀ ਰਹੇ ਆ 10ਵੇਂ ਮਹੀਨੇ 21 ਤੋਂ ਲੈ ਕੇ ਮਈ 22 ਤੱਕ, ਤੇ ਉਸ ਤੋਂ ਬਾਅਦ ਸਰਬਜੀਤ ਸਿੰਘ ਨੇ ਜਿਹੜੇ ਮਈ ਤੋਂ ਹੁਣ ਤੱਕ। ਜੇ ਮਈ ਦੇ ਵਿੱਚ ਸਰਬਜੀਤ ਸਿੰਘ ਨੂੰ ਲਾਇਆ ਜਾ ਸਕਦਾ, ਕਿਉਂ ਰੈਗੂਲਰ ਜਿਹੜਾ ਵਾਈਸ ਚਾਂਸਲਰ ਕਿਉਂ ਨਹੀਂ ਲਾਇਆ ਗਿਆ? ਕਿਉਂਕਿ ਜੇ ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਰੈਗੂਲਰ ਨਹੀਂ ਹੋਊਗਾ ਤਾਂ ਪੰਜਾਬ ਦੀ ਖੇਤੀ ਨੂੰ ਸਹੀ ਦਿਸ਼ਾ ਕੌਣ ਦਊਗਾ? ਇੱਥੇ ਹੋਰ ਵੀ ਕਹਿਣੀ ਚਾਹੁੰਦਾ ਵੀ ਹਾਲੇ ਤੱਕ PAU ਦੇ ਵਿੱਚ ਜਿੰਨੇ ਵਾਈਸ ਚਾਂਸਲਰ ਲੱਗੇ ਆ ਉਹ ਸਾਰੇ ਪਲਾਂਟ ਬਰੀਡਿੰਗ ਡਿਪਾਰਟਮੈਂਟ ਦੇ ਲੱਗਿਆ, ਜਿਹੜਾ ਡਿਪਾਰਟਮੈਂਟ ਕਿ ਨਵੀਆਂ ਕਿਸਮਾਂ ਇਜਾਦ ਕਰਨ ਵਾਲੇ ਪਾਸੇ ਲੱਗਿਆ ਹੋਇਆ। ਪਰੰਤੂ ਮੇਰੀ ਸਮਝ ਇਹ ਆ ਵੀ ਪੰਜਾਬ ਨੂੰ ਅੱਜ ਦੀ ਤਰੀਕ ਦੇ ਵਿੱਚ ਵਿਗਿਆਨੀ ਉਹ ਉਦਾਂ ਦਾ ਵਿਗਿਆਨੀ ਲਾਉਣਾ ਚਾਹੀਦਾ ਜਿਹੜਾ এনवायरमेंट ਤੇ ਕਲਾਈਮੇਟ ਚੇਂਜ ਦੇ ਨਾਲ ਜੁੜਿਆ ਹੋਵੇ। ਕਿਉਂਕਿ ਤੁਸੀਂ ਐਤਕੀ ਦੇਖਿਆ ਹੋਣਾ ਵੀ ਆਪਣਾ ਕਣਕ ਦਾ ਝਾੜ 10 ਤੋਂ 15% ਤੋਂ ਕਿਤੇ ਕਈ ਥਾਵਾਂ ਤੇ ਉਹ ਤੋਂ ਵੱਧ ਵੀ ਘਟ ਗਿਆ, ਜਾਨੀ 3-4 ਕੁਇੰਟਲ ਤਾਂ ਆਮ ਹਰੇਕ ਜ਼ਿਮੀਂਦਾਰ ਦਾ ਘਟਿਆ। ਇਹ ਕਿਉਂ ਘਟਿਆ? ਕਿਉਂਕਿ ਵਾਤਾਵਰਨ ਤਬਦੀਲੀ ਆ ਰਹੀ ਆ। ਪਰ PAU ਦੇ ਵਿੱਚ ਇਹਦੇ ਬਾਰੇ ਕੋਈ ਵੀ ਕੰਮ ਨਹੀਂ ਸ਼ੁਰੂ ਕੀਤਾ ਗਿਆ। ਜਿਹੜੇ ਵਿਜ਼ਨਰੀ ਲੀਡਰ ਹੁੰਦੇ ਆ, ਜਿਹੜੇ ਕੋਈ ਆਪਾਂ ਨੂੰ ਲੀਡ ਕਰਦੇ ਆ, ਵਾਈਸ ਚਾਂਸਲਰ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਆਹ ਆਉਣ ਵਾਲੀ ਪ੍ਰੋਬਲਮ ਆ, ਉੱਤੇ 5 ਸਾਲ ਪਹਿਲਾਂ ਤੋਂ ਕੰਮ ਸ਼ੁਰੂ ਕਰਕੇ ਜਦੋਂ ਆਪਣੇ। ਪਰ ਇੱਥੇ ਕੀ ਹੋ ਰਿਹਾ, ਵਿਹੜੇ ਆਈ ਜੰਨ ਵਿੰਨੋ ਕੁੜੀ ਦੇ ਕੰਨ। ਦੂਸਰੀ ਗੱਲ ਇਹੀ ਆ ਮਤਲਬ ਵੀ ਕੰਮ ਜਦ ਤੱਕ ਸਰਕਾਰ ਦੀ ਨੀਤ ਨਹੀਂ ਹੈ, ਜੇ ਸਰਕਾਰ ਇੱਕ ਵਧੀਆ ਵਾਈਸ ਚਾਂਸਲਰ ਨਹੀਂ ਲਾ ਸਕਦੀ, ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਵਾਈਸ ਚਾਂਸਲਰ ਵੀ ਅੱਜ ਦੀ ਤਰੀਕ 'ਚ ਉਹ ਚਾਹੀਦਾ ਜਿਹੜਾ ਵਾਤਾਵਰਨ ਬਾਰੇ ਸੋਚੇ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਸੋਚੇ, ਪੰਜਾਬ ਦੀ ਹਵਾ ਨੂੰ ਬਚਾਉਣ ਦੀ ਗੱਲ ਸੋਚੇ, ਜਿਹੜੀ ਵਾਤਾਵਰਨ ਕਲਾਈਮੇਟ ਚੇਂਜ ਸਾਰੀ ਦੁਨੀਆ ਜਿਹਦੇ ਖਾਤਰ ਤਿਆਰੀ ਕਰ ਰਹੀ ਆ ਉਹਦੇ ਬਾਰੇ ਸੋਚੇ। ਵੈਰਾਈਟੀਆਂ ਦਾ ਝਾੜ ਤਾਂ ਜੇ 21 ਤੋਂ 21.5 ਹੋ ਗਿਆ, ਉਹਦੇ ਨਾਲ ਬਹੁਤਾ ਫਰਕ ਨਹੀਂ ਪੈਣਾ। ਤੇ ਨਾਲੇ ਜਿਹੜੀ ਮੈਂ ਜਿਵੇਂ ਤੁਹਾਨੂੰ ਅੱਗੇ ਵੀ ਸ਼ਾਇਦ ਦੱਸਿਆ ਸੀ
ਵੀ ਉਸ ਮਹਿਕਮੇ ਦੇ ਵਿੱਚ 125-30 ਵਿਗਿਆਨੀ ਆ ਜਿਹੜੇ ਉਹਨਾਂ ਚੋਂ 60-70 ਆ ਜਿਹੜੇ ਕੱਲੇ ਕਣਕ ਝੋਨੇ ਦੇ ਖੋਜ ਕਰ ਰਹੇ ਆ। ਜਦ ਕਿ ਚਾਹੀਦਾ ਇਹ ਆ ਵੀ ਝੋਨੇ ਦਾ ਖਹਿੜਾ 20 ਸਾਲ ਪਹਿਲਾਂ ਛੱਡ ਕੇ ਡਾਕਟਰ ਬਲਦੇਵ ਸਿੰਘ ਢਿੱਲੋਂ ਜਿੱਦਣ ਆਏ ਸੀ, ਇਹ ਆਪ ਮੱਕੀ ਦੇ ਬਰੀਡਰ ਸੀ। ਇਹਨਾਂ ਦੇ ਕਾਰਜਕਾਲ ਦੇ ਵਿੱਚ ਇੱਕ ਵੀ ਮੱਕੀ ਦੀ ਇਦਾਂ ਦੀ ਵੈਰਾਈਟੀ ਨਹੀਂ ਨਿਕਲੀ ਜਿਹੜੀ ਕਿਸਾਨਾਂ ਨੇ ਅਪਣਾਈ ਹੋਵੇ। ਸੋ ਇਦਾਂ ਦੇ ਬੰਦਿਆਂ ਨੂੰ ਬਾਰ-ਬਾਰ ਜਿਹੜੀ ਉਹ ਐਕਸਟੈਂਸ਼ਨ ਮਿਲਦੀ ਰਹੀ ਇਸੇ ਕਰਕੇ ਕਿ ਦਰਬਾਰੀ ਸੀ। ਜੀ ਸੁਖਵਿੰਦਰ ਜੀ। ਜੀ, ਮੈਂ ਜਿਵੇਂ ਜ਼ਿਕਰ ਕਰ ਰਹੇ ਸੀ ਆਪਾਂ ਕਿ ਖੇਤੀਬਾੜੀ ਯੂਨੀਵਰਸਿਟੀ ਦਾ ਜੋ ਹਸ਼ਰ ਆ, ਵਿਦਿਆਰਥੀਆਂ ਦਾ ਵੀ ਕਹਿੰਦੇ ਧਰਨਾ ਚੱਲ ਰਿਹਾ, ਤੁਸੀਂ ਦੱਸ ਰਹੇ ਸੀ ਉਹਦੇ ਬਾਰੇ ਪਹਿਲਾਂ ਮੈਨੂੰ। ਹਾਂਜੀ ਸੁਖਵਿੰਦਰ ਜੀ, ਉਹ ਧਰਨਾ ਇਸ ਕਰਕੇ ਚੱਲ ਰਿਹਾ ਵੀ ਖੇਤੀਬਾੜੀ ਮਹਿਕਮੇ ਦੇ ਵਿੱਚ ਨਾ MSc ਜਨਰਲ ਕੈਟੇਗਰੀ ਚ MSc ਕਰਨ ਤੋਂ ਬਾਅਦ ਤੇ ਰਿਜ਼ਰਵ ਕੈਟੇਗਰੀ ਦੇ ਵਿੱਚ BSc ਕਰਨ ਤੋਂ ਬਾਅਦ ਖੇਤੀਬਾੜੀ ਵਿਕਾਸ ਅਫਸਰ ਯਾਨੀ ADO ਦੀ ਭਰਤੀ ਕੀਤੀ ਜਾਂਦੀ ਆ। ਸੋ ਇਹਦੇ ਵਿੱਚ ਇੱਕ ਨਾਲ ਹੀ ਆ ਇਸ ਤੋਂ ਥੱਲੜਾ ਕੇਡਰ ਹੁੰਦਾ ਸੀਗਾ ASI ਦਾ, ਐਗਰੀਕਲਚਰ ਸਬ ਇੰਸਪੈਕਟਰ, ਜਿਨ੍ਹਾਂ ਖਾਤਰ ਕਿ ਆਪਣਾ 12ਵੀਂ ਤੋਂ ਬਾਅਦ ਡਿਪਲੋਮਾ 2 ਸਾਲ ਦਾ ਕਰਕੇ ਉਹਨਾਂ ਦੀ ਭਰਤੀ ਕੀਤੀ ਜਾਂਦੀ ਸੀ। ਪਿੱਛੇ ਜੇ ਜਾਣੀ ਕਿ 5-6 ਸਾਲ ਹੋ ਗਏ ਉਹਨਾਂ ਦੀ ਯੂਨੀਅਨ ਨੇ ਕਿਹਾ ਵੀ ਸਾਡੇ ਖਾਤਰ ਕੋਈ ਤਰੱਕੀ ਦਾ ਐਵੀਨਿਊ ਨਹੀਂ ਹੈ, ਤਾਂ ਉਹਨਾਂ ਖਾਤਰ ਐਗਰੀਕਲਚਰ ਐਕਸਟੈਂਸ਼ਨ ਵਰਕਰ ਜਾਂ ਆਫਿਸਰ ਦੀ ਜਾਣੀ ਕਿ ਇੱਕ ਪੋਸਟ ਬਣਾਤੀ ਗਈ ਵੀ ਉਹਨਾਂ ਨੂੰ ਤਰੱਕੀ ਕਰਤੀ ਜਾਊਗੀ ਤੇ ਉਹਦੇ ਖਾਤਰ ਨੀਤ ਕਰਤਾ ਗਿਆ ਵੀ ਉਹ ਸਿਰਫ ਫੋਕਲ ਪੁਆਇੰਟਾਂ ਤੇ ਲੱਗਣਗੇ। ਕਿਉਂਕਿ ਖੇਤੀਬਾੜੀ ਮਹਿਕਮੇ ਦੇ ਵਿੱਚ ਵੀ ਨਾ ਬੜਾ ਟੈਕਨੀਕਲ ਕੰਮ ਵੀ ਆ, ਸੀਡ ਟੈਸਟਿੰਗ ਲੈਬ ਆ, ਫਰਟੀਲਾਈਜ਼ਰ ਟੈਸਟਿੰਗ ਲੈਬ ਆ, ਕੀਟਨਾਸ਼ਕ ਨਦੀਨਨਾਸ਼ਕ ਟੈਸਟਿੰਗ ਦੇ ਨਾਲ ਜੁੜੇ ਹੋਏ ਸੈਂਪਲ ਲੈਣੇ ਹੁੰਦੇ ਜਿਹੜਾ ਕਿ ਮਾਹਰ ਬੰਦਾ ਹੀ ਕਰ ਸਕਦਾ। ਉਸ ਇਹਨਾਂ ਨੇ ਕੀ ਕੀਤਾ, ਸਰਕਾਰ ਇਹ ਭਗਵੰਤ ਮਾਨ ਸਰਕਾਰ ਜਦੋਂ ਦੇ ਢਾਲੀਵਾਲ ਸਾਹਿਬ ਆਏ, ਇਹਨਾਂ ਨੇ ਕੀ ਕੀਤਾ, ਜਿਹੜੇ ਉਹ 12ਵੀਂ ਤੋਂ ਬਾਅਦ ਡਿਪਲੋਮਾ ਕੀਤੇ ਹੋਏ ਬੰਦੇ ਸੀ ਉਹਨਾਂ ਨੂੰ ਉਹਨਾਂ ਪੋਸਟਾਂ ਤੇ ਲਾਤਾ ਜਿਹਨਾਂ ਖਾਤਰ ਕਿ ADO ਦੀਆਂ ਪੋਸਟਾਂ ਸੀਗੀਆਂ। ਸੋ ਉਸ ਤੋਂ ਬਾਅਦ ਮਹਿਕਮੇ ਦੇ ਅਫਸਰ ਵੀ ਆ ਜਿਹੜੇ ਉਹ ਮੋਹਾਲੀ ਲਗਾਤਾਰ ਉਦੋਂ ਦੇ ਧਰਨੇ ਤੇ ਬੈਠੇ ਆ। ਉਹਦਾ ਜਿਹੜਾ ਦੂਸਰਾ ਨੁਕਸਾਨ ਹੋਇਆ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਕਿਉਂ ਬੈਠੇ ਆ ਵੀ ਜਿਹੜੀਆਂ ADO ਦੀਆਂ ਪੋਸਟਾਂ ਭਰੀਆਂ ਜਾਣੀਆਂ ਸੀ, ਖਾਲੀ ਪਈਆਂ ਸੀ, ਜਿਨ੍ਹਾਂ ਖਾਤਰ ਉਹ ਮੁੰਡਿਆਂ ਨੇ BSc MSc ਦੀਆਂ ਪੜ੍ਹਾਈਆਂ ਕਰਕੇ ਉਹਨਾਂ ਨੂੰ ਆਸ ਸੀ ਵੀ ਸਾਨੂੰ ਕੱਲ ਨੂੰ ਨੌਕਰੀ ਮਿਲੂਗੀ, ਸਰਕਾਰ ਨੇ ਉਹ ਭਰਤੀ ਘੱਟ ਪੜ੍ਹੇ ਲਿਖੇ ਹੋਏ ਵਿਅਕਤੀਆਂ ਦੇ ਨਾਲ ਉਹਨਾਂ ਨੂੰ ਭਰ ਕੇ ਤੇ ਉਹ ਜਿਹੜੀ ਬੰਦ ਕਰਤਾ ਉਹਨਾਂ ਦਾ ਜਿਹੜਾ ਨਵੀਂ ਨੌਕਰੀ ਮਿਲਣ ਦਾ ਰਾਹ ਸੀ। ਸੋ ਇਸ ਕਰਕੇ ਵਿਦਿਆਰਥੀ ਵੀ ਉੱਥੇ ਯੂਨੀਵਰਸਿਟੀ ਦੇ ਗੇਟ ਤੇ ਕਈ ਦਿਨ ਤੋਂ ਧਰਨੇ ਤੇ ਬੈਠੇ ਆ, ਕੋਈ ਸਰਕਾਰ ਦਾ ਮੰਤਰੀ ਸੁਣ ਨਹੀਂ ਗਿਆ। ਇਦਾਂ ਹੀ ਜਿਹੜੇ ਖੇਤੀਬਾੜੀ ਮਹਿਕਮੇ ਦੇ ਅਫਸਰ ਆ ਉਹ ਵੀ ਇਸ ਗੱਲ ਦੇ ਵਿਰੋਧ ਚ ਬੈਠੇ ਆ ਵੀ ਇਹ ਜਿਹੜੀਆਂ ਟੈਕਨੀਕਲ ਪੋਸਟਾਂ ਤੇ ਨਾਨ ਟੈਕਨੀਕਲ ਬੰਦੇ ਨਾ ਲਾਏ ਜਾਣ। ਸੋ ਇਸ ਕਰਕੇ ਜਾਣੀ ਕਿ ਮਤਲਬ ਗੱਲ ਉੱਥੇ ਆ ਜਾਂਦੀ ਹੈ ਵੀ ਖੇਤੀ ਨੀਤੀ ਬਾਰੇ ਸਰਕਾਰ ਸੋਚ ਹੀ ਨਹੀਂ ਰਹੀ। ਇਹ ਤਾਂ ਆਪਣੀ ਐਡਵਰਟਾਈਜ਼ਮੈਂਟ ਹਿਮਾਚਲ ਚ ਸਰਕਾਰ ਬਣ ਜਾਵੇ ਜਾਂ ਗੁਜਰਾਤ ਚ ਸਰਕਾਰ ਬਣ ਜਾਵੇ ਜਾਂ ਕੇਜਰੀਵਾਲ ਸਾਹਿਬ PM ਬਣ ਜਾਣ। ਸੋ ਇਹ ਕੁਝ ਹੋ ਰਿਹਾ ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਇਹ ਆ ਕਿ ਮੇਰੇ ਧਿਆਨ ਚ ਆਉਂਦਾ ਕਿ ਇਹਨਾਂ ਨੇ ਨੌਲੇਜ ਸ਼ੇਅਰਿੰਗ ਦਾ ਸਮਝੌਤਾ ਕੀਤਾ ਸੀ, ਕਿਤੇ ਉਹਦਾ ਖਾਮਿਆਜ਼ਾ ਪੰਜਾਬ ਨੂੰ ਤਾਂ ਨਹੀਂ ਭੁਗਤਣਾ ਪੈ ਰਿਹਾ ਜਿਸ ਕਰਕੇ ਸਰਕਾਰ ਸੁੱਤੀ ਪਈ ਆ, ਇਸ ਮਸਲੇ ਉੱਤੇ ਧਿਆਨ ਦੇਣ ਨੂੰ ਤਿਆਰ ਨਹੀਂ, ਖੁਦਕੁਸ਼ੀਆਂ ਕਿਸਾਨ ਕਰ ਰਹੇ ਨੇ, ਲੰਪੀ ਸਕਿਨ ਬਿਮਾਰੀ ਦੇ ਕਰਕੇ ਕਿਸਾਨ ਚਿੰਤਤ ਨੇ। ਮਤਲਬ ਜਦੋਂ ਇਹੋ ਜਿਹੀਆਂ ਖਬਰਾਂ, ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਇਸ ਕਰਕੇ ਕਿਸਾਨਾਂ ਦੀ ਗੱਲ ਤਾਂ ਹੋਏਗੀ, ਮਜ਼ਦੂਰਾਂ ਦੀ ਵੀ ਗੱਲ ਹੋਏਗੀ ਕਿਉਂਕਿ ਉਹ ਵੀ ਵਿਚਾਰੇ ਮਾਰੇ ਜਾਂਦੇ ਨੇ ਜਿਨ੍ਹਾਂ ਦਾ ਖੇਤੀ ਦੇ ਨਾਲ ਧੰਦਾ ਜੁੜਿਆ। ਜੇ ਉਹ ਦਿਹਾੜੀ ਕਰਨਗੇ, ਜੇ ਫਸਲ ਬਣੂਗੀ ਤਾਂ ਹੀ ਦਿਹਾੜੀ ਕਰਨਗੇ ਤੇ ਤਾਂ ਹੀ ਢਿੱਡ 'ਚ ਕੁਝ ਪਾਉਣਗੇ। ਸਰਕਾਰ ਇਸ ਨੂੰ ਲੈ ਕੇ ਅਵੇਸਲੀ ਨਜ਼ਰ ਆਉਂਦੀ ਹੈ। ਫਿਰ ਬਿਲਕੁਲ ਸੁਖਵਿੰਦਰ ਜੀ, ਤੁਸੀਂ ਸਹੀ ਗੱਲ ਕੀਤਾ ਵੀ ਜਿਹੜਾ ਕਿਉਂਕਿ ਦਿੱਲੀ ਦੇ ਵਿੱਚ ਖੇਤੀ ਨਾਲ ਉਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਤੇ ਉਹ ਖੇਤੀਬਾੜੀ ਬਾਰੇ ਕਿਵੇਂ ਸਲਾਹ ਦੇਣਗੇ, ਇਸੇ ਕਰਕੇ ਉਹ ਪ੍ਰਾਇਰਟੀ ਨਹੀਂ। ਜਾਣੀ ਮੈਨੂੰ ਤਾਂ ਮਤਲਬ ਇੱਥੇ ਬੈਠੇ ਪਤਾ ਨਹੀਂ ਸੱਚੀਆਂ ਗੱਲਾਂ ਮਿਲਦੀਆਂ ਕਿਉਂਕਿ ਆਪ ਮੌਕੇ ਤੇ ਦੇਖ ਨਹੀਂ ਸਕਦੇ। ਸੋ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਦਾ ਵੀ ਜਿਵੇਂ ਪਹਿਲਾਂ ਜਿੱਕਣਾ ਜਿਹੜੇ ਰੇਤੇ ਦੀ ਖੁਦਾਈ ਪਹਿਲਾਂ ਕਰ ਰਹੇ ਸੀ ਉਹੀ ਹੁਣ ਕਰ ਰਹੇ ਆ। ਉਹ ਪਹਿਲਾਂ ਸੀਸਮਾ ਫਾਰਮ ਤੇ ਜਾਂਦੇ ਸੀਗੇ ਤੇ ਹੁਣ ਉਹ ਦਿੱਲੀ ਜਾਣ ਲੱਗ ਪਏ ਨੇ ਤੇ ਰੇਟ ਵੱਧ ਗਿਆ ਹੋਇਆ। ਸੋ ਮਤਲਬ ਸਰਕਾਰ ਜਿਹੜੀ ਹੁਣ ਦੇਖੋ ਤੁਸੀਂ ਕਿੰਨੇ ਦਿਨ ਦਾ ਜਿਹੜਾ ਰੌਲਾ ਪਿਆ ਹੋਇਆ, ਰਾਘਵ ਚੱਡੇ ਨੂੰ ਇਹਨਾਂ ਨੇ ਆਪਣਾ ਮੁੱਖ ਸਲਾਹਕਾਰ ਜਾਂ ਕਮੇਟੀ ਦੇ ਵਿੱਚ ਚੇਅਰਮੈਨ ਲਾਉਣਾ ਸੀ, ਉਹ ਨਹੀਂ ਹੋ ਰਿਹਾ। ਐਡਵੋਕੇਟ ਜਨਰਲ ਦਾ ਰੌਲਾ ਹਾਲੇ ਤੱਕ ਪੈ ਰਿਹਾ ਵੀ ਉਹਨਾਂ ਦੇ ਨਾਲ ਜਿਹੜੀ ਸਹਾਇਕਾਂ ਦੀ ਟੀਮ ਲਾਈ ਜਾਣੀ ਸੀ ਉਹ ਨਹੀਂ ਲੱਗ ਰਹੀ। ਏਦਾਂ ਹੀ ਜਿੱਦਾਂ ਮਤਲਬ ਲਾਅ ਐਂਡ ਆਰਡਰ ਦੇ ਕੇ ਮਤਲਬ ਵੀ ਕੋਈ ਵੀ ਆਪਾਂ ਮੁੱਦਾ ਚੱਕ ਲਈਏ ਬੇਅਦਬੀ ਕਾਂਡ ਦਾ ਜਾਂ ਕਿਸੇ ਵੀ ਡਰੱਗ ਮਾਮਲੇ ਦੇ ਵਿੱਚ ਸਰਕਾਰ ਨੇ ਕੁਝ ਵੀ ਕਰਕੇ ਨਹੀਂ ਦਿਖਾਇਆ। ਨਵੇਂ ਪਰਚੇ ਜ਼ਰੂਰ ਦਰਜ ਕਰਕੇ ਆਪਣੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਾ ਰਹੇ ਆ, ਪਰੰਤੂ ਜਿਹੜਾ ਅਸਲੀ ਕੰਮ ਹੁੰਦਾ, ਜਿਹੜਾ ਅਸਲੀ ਕਿਸੇ ਚੀਜ਼ ਨੂੰ ਆਪਾਂ ਨੇ ਡਿਵੈਲਪ ਕਰਨਾ ਜਾਂ ਆਪਾਂ ਨੇ ਦੂਰ ਅੰਦੇਸ਼ੀ ਨਾਲ ਚੱਲਣਾ, ਉਹਦੇ ਖਾਤਰ ਪਹਿਲਾਂ ਨੀਤੀ ਬਣਾਉਣ ਦੀ ਲੋੜ ਹੁੰਦੀ ਆ ਤੇ ਇਹਨਾਂ ਨੇ ਨੀਤੀ ਬਣਾਉਣ ਵਾਲੇ ਪਾਸੇ ਇੱਕ ਵੀ ਕਦਮ ਨਹੀਂ ਪੁੱਟਿਆ ਤੇ ਨਾ ਕੋਈ ਦਿਖਾਈ ਦੇ ਰਿਹਾ ਵੀ ਇਹ ਕੋਈ ਇਦਾਂ ਦਾ ਕਦਮ ਪੁੱਟਣਗੇ। ਜੀ ਸੁਖਵਿੰਦਰ ਜੀ। ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ, ਬਹੁਤ ਧੰਨਵਾਦ। ਧੰਨਵਾਦ ਜੀ ਸੁਖਵਿੰਦਰ ਜੀ। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਮਨਜੀਤ ਸਿੰਘ, ਖੇਤੀਬਾੜੀ ਤੇ ਕਿਸਾਨਾਂ ਦੇ ਨਾਲ ਜੁੜੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਪ੍ਰਦੂਸ਼ਣ ਦਾ ਮਸਲਾ ਵੀ ਵਿਚਾਰਿਆ। ਸਰਕਾਰ ਜੇ ਕਿਤੇ ਇਹਦੇ ਉੱਤੇ ਕੰਨ ਕਰੇ ਤਾਂ ਕਿਤੇ ਨਾ ਕਿਤੇ ਪੰਜਾਬ ਜਿਹੜਾ ਉਹ ਸੱਚਮੁੱਚ ਰੰਗਲਾ ਬਣ ਸਕਦਾ, ਪਰ ਜੇ ਨੀਤੀ ਹੋਵੇ ਤੇ ਨੀਅਤ ਚੰਗੀ ਹੋਵੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।